ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN TV ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਆਪਾਂ ਦੀਦਾਰ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 181 ਦੇ ਉੱਪਰ ਅੰਕਿਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੌੜੀ ਰਾਗ ਦੇ ਸ਼ਬਦ। ਵਾਹ, ਕਿਆ ਬਾਤ ਹੈ। ਸਹਿਜੇ ਸਹਿਜੇ ਸਹਿਜ ਪਾਠ ਕਰਦੇ ਹਾਂ। 181 ਅੰਗ ਤੇ ਆਪਾਂ ਅੱਜ ਪਹੁੰਚ ਗਏ ਹਾਂ। ਸ਼ੁਕਰ ਵਾਹਿਗੁਰੂ ਜੀ ਦਾ। ਗੌੜੀ ਮਹੱਲਾ ਪੰਜਵਾਂ। ਗੁਆਰੇਰੀ ਗੌੜੀ ਰਾਗ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ। ਗੁਆਰੇਰੀ ਗੌੜੀ ਦੀ ਕਿਸਮ ਹੈ। ਰਹਿਣ ਦਿਨਸ ਰਹਿ ਇੱਕ ਰੰਗਾ, ਜਿਹੜੇ ਦਿਨ ਰਾਤ ਹਰ ਵੇਲੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ। ਇੱਕ ਦੇ ਅਰਥ ਹੈ ਇੱਕ ਵਾਹਿਗੁਰੂ ਜੀ, ਉਹ ਸ਼ਕਤੀ ਜਿਹੜੀ ਸਭ ਤੋਂ ਸੁਪਰੀਮ ਹੈ, ਆਲਮਾਈਟੀ ਹੈ, ਇਨਫਿਨਾਈਟ ਹੈ, ਐਵਰੀਵੇਅਰ ਐਂਡ ਆਲਵੇਜ਼। ਉਸ ਸ਼ਕਤੀ ਦੇ ਵਰਤਾਰੇ ਵਰਤ ਰਹੇ ਨੇ। ਦਿਨ ਰਾਤ ਜਿਹੜੇ ਉਹਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ। ਪ੍ਰਭ ਕੋ ਜਾਣੈ ਸਦ ਹੀ ਸੰਗਾ, ਉਹ ਹਰ ਵੇਲੇ ਵਾਹਿਗੁਰੂ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਨੇ। ਉਹਦੀ ਐਗਜ਼ਿਸਟੈਂਸ ਨੂੰ ਹਰ ਵੇਲੇ ਫੀਲ ਕਰਦੇ ਨੇ, ਮਹਿਸੂਸ ਕਰਦੇ ਨੇ ਉਹਦੀ ਹੋਂਦ। ਸੱਚਾ ਗਿਆਨ ਬਣ ਕੇ ਵਾਹਿਗੁਰੂ ਜੀ ਹਰ ਥਾਂ ਤੇ ਨੇ, ਅੰਦਰ ਵੀ ਬਾਹਰ ਵੀ। ਫਿਰ ਉਹ ਨਿਜ਼ਮ ਬਣ ਕੇ ਹਰ ਥਾਂ ਤੇ ਹੈ, ਗੁਣ ਬਣ ਕੇ ਹਰ ਥਾਂ ਤੇ ਹੈ, ਬਖਸ਼ਿਸ਼ਾਂ ਬਣ ਕੇ ਹਰ ਥਾਂ ਤੇ ਹੈ। ਉਹ ਮਹਿਸੂਸ ਕਰਦੇ ਨੇ। ਇਹ ਮਹਿਸੂਸ ਦੇ ਤਲ ਤੇ ਉਹਦੀ ਮਿੱਠੀ ਮਿੱਠੀ ਯਾਦ, ਸਿਮਰਨ ਰਸ ਵਿੱਚ ਜਿਉਂਦੇ ਨੇ, ਉਹਦੇ ਪਿਆਰ ਵਿੱਚ ਭਿੱਜੇ ਹੋਏ। ਠਾਕੁਰ ਨਾਮ ਕੀਓ ਉਨਵਰਤਨ, ਠਾਕੁਰ ਨਾਮ, ਠਾਕੁਰ ਨਾਮ ਕੀਓ ਉਨਵਰਤਨ। ਰੱਬ ਦਾ ਗਿਆਨ ਰੂਪੀ ਨਾਮ, ਸੱਚਾ ਗਿਆਨ, ਉਪਦੇਸ਼। ਉਹ ਜ਼ਿੰਦਗੀ ਦੇ ਹਰ ਵਰਤੋਂ ਵਿਵਹਾਰ ਵਿੱਚ ਉਸ ਨੂੰ ਵਰਤਦੇ ਨੇ। ਆਖੋ ਵਾਹਿਗੁਰੂ। ਦੇਖਣਾ, ਸੁਣਨਾ, ਬੋਲਣਾ, ਉੱਠਣਾ, ਬੈਠਣਾ, ਚੱਲਣਾ, ਕਰਮ ਕਰਨੇ, ਸਭ ਕੁਝ ਵਾਸਤੇ ਉਹ ਰੱਬੀ ਗਿਆਨ, ਸੱਚੇ ਉਪਦੇਸ਼ ਨੂੰ ਵਰਤਦੇ ਨੇ। ਉਹਦੇ ਅਨੁਸਾਰ ਜੀਵਨ ਜਿਉਂਦੇ ਨੇ। ਤ੍ਰਿਪਤ ਅਘਾਵਨ ਹਰ ਕੈ ਦਰਸ਼ਨ। ਤੇ ਜਦੋਂ ਉਹਨਾਂ ਨੂੰ ਮਹਿਸੂਸ ਹੁੰਦਾ ਵਾਹਿਗੁਰੂ ਜੀ ਅੰਗ ਸੰਗ ਨੇ, ਇਹ ਹਰੀ ਦੇ ਦਰਸ਼ਨ ਵਿੱਚ, ਇਸ ਮਹਿਸੂਸ ਕਰਨ ਦੇ ਵਿੱਚ ਉਹ ਤ੍ਰਿਪਤ ਨੇ, ਸੈਟਿਸਫਾਈਡ ਨੇ, ਅੰਦਰੋਂ ਆਨੰਦ ਹੈ। ਹਾਲਾਤ ਕਰਵਟ ਲੈਂਦੇ ਨੇ, ਜ਼ਿੰਦਗੀ 'ਚ ਉਤਰਾ ਚੜਾਅ ਆਉਂਦੇ ਨੇ, ਪਰ ਉਹ ਸੈਟਿਸਫਾਈਡ ਰਹਿੰਦੇ ਨੇ, ਕਿਉਂਕਿ ਗੁਰੂ ਦੇ ਨਜ਼ਰੀਏ ਅਨੁਸਾਰ, ਗੁਰੂ ਦੀ ਸੋਚ ਮੁਤਾਬਕ, ਗੁਰਮਤਿ ਦੇ ਨਜ਼ਰੀਏ ਵਿੱਚ
ਉਹਨਾਂ ਨੂੰ ਇਹ ਜ਼ਿੰਦਗੀ ਦੇ ਹਰ ਹਾਲਾਤ ਦੇਖਣੇ ਆ ਜਾਂਦੇ ਨੇ। ਹਰ ਸੰਗ ਰਾਤੇ ਮਨ ਤਨ ਹਰੇ, ਵਾਹਿਗੁਰੂ ਜੀ ਨੂੰ ਅੰਗ ਸੰਗ ਮਹਿਸੂਸ ਕਰਦੇ ਆ। ਉਹਨਾਂ ਦਾ ਮਨ ਤੇ ਤਨ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜਿਆ ਹੁੰਦਾ ਹੈ ਤੇ ਖਿੜਿਆ ਹੁੰਦਾ ਹੈ। ਮਨ ਵਾਹਿਗੁਰੂ ਜੀ ਦੇ ਪਿਆਰ ਵਿੱਚ ਹੁੰਦਾ ਹੈ, ਵਾਹਿਗੁਰੂ ਜੀ ਦੇ ਉਪਦੇਸ਼ਾਂ ਦੇ ਵਿਚਾਰ ਅੰਦਰ ਚੱਲਦੇ ਨੇ। ਤਨ ਉਹਦੇ ਪਿਆਰ ਵਿੱਚ ਭਿੱਜਿਆ ਹੁੰਦਾ ਹੈ, ਉਹ ਪਰਉਪਕਾਰ ਕਰਦੇ ਨੇ, ਰੱਬੀ ਮਾਰਗ ਦੇ ਮਿਸ਼ਨ ਤੇ ਤੁਰ ਕੇ ਕਰਮ ਕਰਦੇ ਨੇ। ਉਹਨਾਂ ਨੂੰ ਅੰਦਰੋਂ ਸੰਤੁਸ਼ਟੀ ਹੁੰਦੀ ਹੈ। ਜਦੋਂ ਗੁਰੂ ਲਈ ਕਾਰਜ ਕਰੋ, ਵਾਹਿਗੁਰੂ ਜੀ ਲਈ ਕਾਰਜ ਕਰੋ, ਅੰਦਰੋਂ ਹੀ ਇੱਕ ਸੰਤੁਸ਼ਟੀ ਹੁੰਦੀ ਹੈ। ਇਹ ਪ੍ਰਾਪਤ ਕਿੱਥੋਂ ਹੁੰਦੀ? ਗੁਰਪੂਰੇ ਕੀ ਸ਼ਰਣੀ ਪਰੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰ ਸਰੂਪ ਹੈ ਮੇਰੇ ਗੁਰੂ ਪਾਤਸ਼ਾਹ ਦਾ ਉਪਦੇਸ਼। ਉਹ ਸੱਚਾ ਗਿਆਨ ਹੈ, ਉਹ ਰੱਬੀ ਉਪਦੇਸ਼ ਹੈ, ਰੱਬੀ ਗਿਆਨ ਹੈ। ਉਹ ਬ੍ਰਹਮ ਦੀ ਬਾਣੀ ਹੈ, ਨਿਰੰਕਾਰ ਦੀ ਬਾਣੀ ਹੈ। ਉਹ ਜੋ ਗੁਰ ਪੂਰਾ ਹੈ, ਪੂਰਾ ਗੁਰ, ਉਸ ਨੂੰ ਮੰਨਣਾ ਹੀ ਸ਼ਰਣੀ ਪੈਣਾ ਹੈ। ਤੇ ਜਿਹੜੇ ਸਮਰਪਿਤ ਹੋ ਜਾਂਦੇ ਨੇ, ਸਰੈਂਡਰ ਹੋ ਜਾਂਦੇ ਨੇ, ਹਰ ਹੁਕਮ ਗੁਰੂ ਪਾਤਸ਼ਾਹ ਦਾ ਆਪਣੇ ਸੁਭਾਅ ਤੇ ਲਾਗੂ ਕਰਦੇ ਨੇ, ਸੋਚ ਤੇ ਲਾਗੂ ਕਰਦੇ ਨੇ, ਤੇ ਸੋਚ ਸੁਭਾਅ ਦੇ ਲੈਵਲ ਤੇ ਮੰਨਦੇ ਨੇ, ਉਹ ਉਹਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ, ਅੰਦਰੋਂ ਸੰਤੁਸ਼ਟ ਹੁੰਦੇ ਨੇ। ਰਹਾਓ, ਇਹ ਸੈਂਟਰਲ ਆਈਡੀਆ ਸੀ। ਸ਼ਬਦ ਦਾ ਮੇਨ ਸਿਧਾਂਤ ਹੈ। ਅੱਗੋਂ ਦੂਸਰਾ ਪਦਾ, ਚਰਨ ਕਮਲ ਆਤਮ ਆਧਾਰ। ਰੱਬ ਦੇ ਚਰਨ, ਰੱਬ ਦੇ ਗੁਣ ਨੇ। ਗੁਣਾਂ ਦੀ ਯਾਦ, ਗੁਣਾਂ ਵੱਲ ਧਿਆਨ, ਗੁਣਾਂ ਵਾਲਾ ਜੀਵਨ ਜਿਉਣਾ, ਗੁਣਾਂ ਨਾਲ ਪਰਉਪਕਾਰ ਕਰਨਾ, ਬਸ ਇਹੀ ਆਤਮਿਕ ਜੀਵਨ ਬਣਾ ਕੇ ਰੱਖਣ ਦਾ ਓਟ ਆਸਰਾ ਹੈ, ਆਧਾਰ ਹੈ। ਤੇ ਉਹਨਾਂ ਦੇ ਆਪਣੇ ਅੰਤਰਾਤਮੇ ਇਹ ਵਿਚਾਰ ਪਰਪੱਕ ਹੁੰਦਾ ਹੈ, ਇਹ ਵਿਸ਼ਵਾਸ ਪਰਪੱਕ ਹੁੰਦਾ ਹੈ। ਉਹ ਅੰਤਰਾਤਮੇ ਆਪਣੇ ਗੁਣਾਂ ਨੂੰ ਵਰਤਦੇ ਨੇ। ਅੰਤਰਾਤਮੇ ਗੁਣਾਂ ਨੂੰ ਵਰਤਣਾ ਕੀ ਹੋਇਆ? ਇਹਨੂੰ ਵੀ ਥੋੜ੍ਹਾ ਜਿਹਾ ਸਮਝੀਏ। ਇੱਕ ਬੰਦਾ ਅੰਦਰੋਂ ਸਵਾਰਥੀ ਹੈ, ਅੰਦਰੋਂ ਲੋਭੀ ਹੈ। ਉਹ ਕਿਤੇ ਜੌਬ ਕਰਦਾ ਹੈ, ਉਸ ਨੂੰ ਸਿਸਟਮ ਨੂੰ ਵਾਚ ਕਰਨ ਵਾਸਤੇ ਕੈਮਰੇ ਲਵਾ ਕੇ ਦਿੱਤੇ ਨੇ। ਹੁਣ ਉਹ ਕੀ ਕਰਦਾ ਹੈ? ਉਹਨੇ ਕੈਮਰਿਆਂ ਵਿੱਚੋਂ ਦੇਖਣਾ ਮੇਰਾ ਐਮਪਲਾਇਰ ਆ ਰਿਹਾ ਹੈ, ਮੇਰਾ ਮਾਲਕ ਆ ਰਿਹਾ। ਛੇਤੀ ਦਿਨੇ ਉਹਨੇ ਆਉਣਾ ਹੈ ਆਪਣੇ ਕਮਰੇ ਚੋਂ ਬਾਹਰ, ਕਰਮ ਸ਼ੁਰੂ ਕਰ ਦੇਣਾ ਤਾਂ ਕਿ ਉਸ ਮਾਲਕ ਨੂੰ ਲੱਗੇ ਵੀ ਕਮਾਲ ਹੈ, ਵੀ ਬੜਾ ਕਮਾਲ ਦਾ ਮਿਹਨਤੀ ਹੈ। ਹੁਣ ਉਹਦੇ ਅੰਦਰ ਜਿਹੜਾ ਮਿਹਨਤ ਦਾ ਗੁਣ ਹੈ ਨਾ, ਉਹਦੇ ਅੰਤਰਾਤਮੇ ਨਹੀਂ ਹੈ। ਆਖੋ ਵਾਹਿਗੁਰੂ, ਅੰਤਰਾਤਮੇ ਨਹੀਂ ਹੈ, ਉਸ ਚਲਾਕੀ ਹੈ। ਇਹੋ ਜਿਹੇ ਲੋਕ ਜ਼ਿਆਦਾਤਰ ਦੁਨਿਆਵੀ ਪ੍ਰਾਪਤੀਆਂ ਵਿੱਚ ਤਾਂ ਕਾਮਯਾਬ ਹੋ ਜਾਂਦੇ ਨੇ, ਅੰਦਰਲੇ ਖਜ਼ਾਨੇ ਤੋਂ ਖਾਲੀ ਹੁੰਦੇ ਨੇ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਉਹ ਮੂੰਹ ਤੇ ਮਿੱਠਾ ਬੋਲਦੇ ਨੇ, ਪਿੱਠ ਪਿੱਛੇ ਚੁਗਲੀ ਕਰਦੇ ਨੇ। ਉਹਨਾਂ ਦਾ ਮਿੱਠਾ ਬੋਲਣਾ ਗੁਣ ਨਹੀਂ ਹੈ, ਅੰਤਰਾਤਮੇ ਗੁਣ ਨਹੀਂ ਹੈ, ਚੁਸਤ ਚਲਾਕੀ ਹੈ। ਜਿਨ੍ਹਾਂ ਦੇ ਅੰਦਰ ਅੰਤਰਾਤਮੇ ਗੁਣ ਤੇ ਗੁਣਾਂ ਦਾ ਆਧਾਰ ਪ੍ਰੈਕਟੀਕਲ ਵਰਤਦੇ ਨੇ, ਏਕ ਨਿਹਾਰੈ ਆਗਿਆਕਾਰ, ਉਹ ਆਪਣੇ ਗੁਰੂ ਦੇ, ਵਾਹਿਗੁਰੂ ਜੀ ਦੇ ਆਗਿਆਕਾਰੀ ਹੁੰਦੇ ਨੇ। ਉਹ ਵਾਹਿਗੁਰੂ ਜੀ ਨੂੰ ਹਰ ਸਮੇਂ ਆਪਣੇ ਸਨਮੁਖ ਮਹਿਸੂਸ ਕਰਦੇ ਨੇ, ਦੇਖਦੇ ਨੇ, ਆਪਾ ਵਾਰ ਕੇ ਕਰਦੇ ਨੇ। ਉਹ ਮਨੁੱਖਾਂ ਨੂੰ ਖੁਸ਼ ਕਰਨ ਵਾਸਤੇ ਨਹੀਂ ਕਰਦੇ, ਉਹ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਕਰਦੇ ਨੇ। ਸਵਾਰਥੀ ਤੇ ਪਰਉਪਕਾਰੀ ਦਾ ਜੀਵਨ ਦੁਨੀਆ ਤੇ ਪ੍ਰਗਟ ਹੋ ਜਾਂਦਾ ਹੈ। ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਇੱਕ ਦਿਨ ਪਤਾ ਲੱਗ ਜਾਂਦਾ ਹੈ ਲੋਭੀ ਕੌਣ ਹੈ, ਪਰਉਪਕਾਰੀ ਕੌਣ ਹੈ, ਸਵਾਰਥੀ ਕੌਣ ਹੈ, ਪਰਉਪਕਾਰੀ ਕੌਣ ਹੈ। ਕਿਉਂਕਿ ਸਵਾਰਥੀ ਦੇ ਗੁਣ ਅੰਦਰ ਨਹੀਂ ਵਸੇ ਹੁੰਦੇ, ਉੱਪਰੋਂ ਹੁੰਦੇ ਨੇ, ਵਿਖਾਵਾ ਹੁੰਦਾ ਹੈ। ਪਰਉਪਕਾਰੀ ਦੇ ਅੰਦਰ ਵਸੇ ਹੁੰਦੇ ਨੇ। ਬਸ ਇਹੀ ਫਰਕ ਹੈ, ਉਹ ਆਪਾ ਵਾਰ ਦਿੰਦਾ ਹੈ। ਉਹਨੂੰ ਗੁਣਾਂ ਦਾ ਵਪਾਰ ਕਰਨਾ ਹੁੰਦਾ ਹੈ। ਇੱਕੋ ਬਣਜ
ਏਕੋ ਵਿਵਹਾਰੀ। ਉਹ ਇੱਕੋ ਇੱਕ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਗੁਣਾਂ ਦਾ ਵਪਾਰ ਕਰਦੇ ਨੇ ਤੇ ਉਸੇ ਦੇ ਵਪਾਰੀ ਹੁੰਦੇ ਨੇ। ਆਖੋ, ਉਹ ਤਾਂ ਕਮਾਲ ਹੈ। ਜੇ ਉਹਨਾਂ ਦੀ ਕੋਈ ਨਿੰਦਾ ਕਰਦਾ ਹੈ ਨਾ, ਉਹ ਨਿੰਦਾ ਕਰਨ ਵਾਲਿਆਂ ਵਿੱਚੋਂ ਵੀ ਕੁਛ ਨਾ ਕੁਛ ਸਿੱਖ ਜਾਂਦੇ ਨੇ, ਉੱਥੋਂ ਹੀ ਵਪਾਰ ਕਰ ਲੈਂਦੇ ਨੇ। ਜਿਹੜੇ ਲੋਕ ਉਹਨਾਂ ਦੇ ਰਾਹ ਵਿੱਚ ਰੁਕਾਵਟਾਂ ਖੜੀਆਂ ਕਰਦੇ ਨੇ, ਝੂਠ ਬੋਲ ਕੇ, ਕੋਲੋਂ ਸਟੋਰੀਆਂ ਬਣਾ ਕੇ, ਧੋਖੇ ਦੇ ਨਾਲ, ਚੁਸਤ ਚਲਾਕੀ ਦੇ ਨਾਲ ਰੁਕਾਵਟਾਂ ਖੜੀਆਂ ਕਰਦੇ ਨੇ, ਉਹ ਇਹਨਾਂ ਰੁਕਾਵਟਾਂ ਤੋਂ ਤੇ ਰੁਕਾਵਟਾਂ ਖੜੀਆਂ ਕਰਨ ਵਾਲਿਆਂ ਤੋਂ ਵੀ ਬਹੁਤ ਕੁਝ ਸਿੱਖ ਜਾਂਦੇ ਨੇ। ਉਹ ਵਾਹਿਗੁਰੂ ਦੇ ਆਸਰੇ ਇਹਦੇ ਵਿੱਚੋਂ ਵੀ ਗਿਆਨ ਦਾ ਵਪਾਰ ਕਰ ਜਾਂਦੇ ਨੇ, ਕਿਉਂਕਿ ਉਹ ਰੱਬ ਨੂੰ ਸਮਰਪਿਤ, ਗੁਰੂ ਨੂੰ ਸਮਰਪਿਤ ਵਪਾਰੀ ਹੁੰਦੇ ਨੇ। ਆਖੋ ਵਾਹਿਗੁਰੂ। ਅਵਰ ਨਾ ਜਾਣੈ ਬਿਨ ਨਿਰੰਕਾਰੀ। ਉਹ ਜਾਣਦੇ ਨੇ ਮੇਰੇ ਨਿਰੰਕਾਰ ਵਾਹਿਗੁਰੂ ਜੀ ਤੋਂ ਬਿਨਾਂ ਕੋਈ ਵੀ ਨਹੀਂ, ਸਾਰਿਆਂ ਤੇ, ਹਰ ਵਰਤਾਰੇ ਤੇ ਉਹਦਾ ਨਿਜ਼ਮ ਚੱਲਦਾ ਹੈ, ਵਾਹਿਗੁਰੂ ਜੀ ਦੀ ਖੇਡ ਚੱਲਦੀ ਹੈ। ਉਹਨਾਂ ਨੂੰ ਇਹ ਖੇਡ ਸਮਝ ਆ ਜਾਂਦੀ ਹੈ। ਆਖੋ ਵਾਹਿਗੁਰੂ। ਉਹ ਜਾਣਦੇ ਨੇ ਆਪਣੇ ਨਿਰੰਕਾਰ ਵਾਹਿਗੁਰੂ ਨੂੰ, ਵਾਹਿਗੁਰੂ ਜੀ ਦੇ ਨਿਜ਼ਮ ਨੂੰ, ਤੇ ਵਾਹਿਗੁਰੂ ਜੀ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦੇ, ਕਿਸੇ ਦੀ ਈਨ ਨਹੀਂ ਮੰਨਦੇ। ਉਹ ਦੁਨੀਆ ਆਪਣੇ ਅੱਗੇ ਝੁਕਾਉਣਾ ਚਾਹੁੰਦੀ ਹੈ, ਦੁਨੀਆ ਆਪਣੀਆਂ ਮਨਮਾਨੀਆਂ ਕਰਕੇ ਆਪਣੇ ਥੱਲੇ ਦਬਾਉਣਾ ਚਾਹੁੰਦੀ ਹੈ, ਪਰ ਉਹ ਨਹੀਂ ਦਬਦੇ, ਉਹ ਨਹੀਂ ਝੁਕਦੇ, ਕਿਉਂਕਿ ਉਹ ਆਪਣੇ ਮਾਲਕ ਦੇ ਹੋ ਜਾਂਦੇ ਨੇ, ਆਪਣੇ ਗੁਰੂ ਦੇ ਹੋ ਜਾਂਦੇ ਨੇ। ਉਹਨਾਂ ਦੀ ਜਿਹੜੀ ਅੰਦਰਲੀ ਅਵਸਥਾ ਹੈ, ਹਰਖ ਸੋਗ ਦੋਹੂੰ ਤੇ ਮੁਕਤੇ, ਇਸ ਨੂੰ ਸਮਝਿਓ। ਹਰਖ ਹੈ ਦੁਨਿਆਵੀ ਖੁਸ਼ੀਆਂ, ਹਰਖ ਖੁਸ਼ੀ ਨੂੰ ਕਹਿੰਦੇ ਨੇ। ਸੋਗ ਹੈ ਦੁਨਿਆਵੀ ਚਿੰਤਾ। ਆਮ ਮਨੁੱਖ ਦੁਨਿਆਵੀ ਚਿੰਤਾਵਾਂ ਤੋਂ, ਦੁਨਿਆਵੀ ਵਿਪਤਾਂ ਤੋਂ, ਵਿਘਨ ਰੁਕਾਵਟ ਤੋਂ ਬਹੁਤ ਡਰਦੇ ਨੇ। ਦੁਨਿਆਵੀ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਬਹੁਤ ਉਲਝਦੇ ਨੇ। ਗੁਰੂ ਕੇ ਪਿਆਰੇ, ਰੱਬ ਦੇ ਪਿਆਰੇ, ਉਹਨਾਂ ਦੁਨਿਆਵੀ ਖੁਸ਼ੀਆਂ ਪ੍ਰਾਪਤ ਕਰਨ ਲਈ ਤਰਲੋ ਮੱਛੀ ਨਹੀਂ ਹੁੰਦੇ, ਆਪਣੇ ਸਿਧਾਂਤ ਨਹੀਂ ਛੱਡਦੇ। ਸਿਧਾਂਤਾਂ ਤੇ ਪਹਿਰਾ ਦਿੰਦਿਆਂ, ਰੱਬੀ ਮਿਸ਼ਨ ਤੇ ਤੁਰਦਿਆਂ, ਗੁਰੂ ਦੇ ਮਿਸ਼ਨ ਤੇ ਤੁਰਦਿਆਂ ਜਿਹੜੀਆਂ ਚਿੰਤਾਵਾਂ ਆਉਂਦੀਆਂ ਨੇ, ਉਹ ਤੋਂ ਘਬਰਾ ਕੇ ਮਿਸ਼ਨ ਨਹੀਂ ਛੱਡਦੇ। ਆਖੋ ਵਾਹਿਗੁਰੂ। ਇਹਨੂੰ ਕਹਿੰਦੇ ਨੇ ਹਰਖ ਸੋਗ ਦੋਹੂੰ ਤੇ ਮੁਕਤੇ। ਉਹ ਦੋਨਾਂ ਤੋਂ ਮੁਕਤ ਹੁੰਦੇ ਨੇ। ਆਖੋ ਸਦਾ ਅਲਿਪਤ ਜੋਗ ਅਰਜੁਗ ਤੇ। ਪਤਾ ਜੀ ਕਿਉਂ? ਉਹ ਰੱਬ ਦੇ ਪਿਆਰ ਵਿੱਚ, ਆਪਣੇ ਗੁਰੂ ਦੇ ਪਿਆਰ ਵਿੱਚ ਲਿਪਤ ਹੁੰਦੇ ਨੇ, ਜੁੜੇ ਹੁੰਦੇ ਨੇ ਅੰਦਰ। ਜੋਗ ਜੁਗਤੇ, ਉਹਨਾਂ ਨੂੰ ਚੰਗਾ ਜੀਵਨ ਜਿਉਣ ਦੀ, ਗੁਰੂ ਦੇ ਮਾਰਗ ਵਾਲਾ ਜੀਵਨ ਜਿਉਣ ਦੀ ਉਹਨਾਂ ਕੋਲ ਜੁਗਤ ਹੁੰਦੀ ਹੈ, ਸੋਝੀ ਹੁੰਦੀ ਹੈ। ਦੀ ਸਹਿ ਸਭ ਮਹਿ ਸਭ ਤੇ ਰਹਤੇ। ਉਹ ਲੋਕਾਂ ਨਾਲ ਵਰਤੋਂ ਵਿਵਹਾਰ ਇਸ ਲਈ ਕਰਦੇ ਨੇ ਕਿਉਂਕਿ ਰੱਬ ਦੀ ਜੋਤ ਸਾਰਿਆਂ ਤੇ ਹੈ। ਲਿਪਤ ਵੀ ਹੁੰਦੇ ਨੇ, ਨਾ ਕਿਸੇ ਦੇ ਗੁਲਾਮ ਹੁੰਦੇ ਨੇ, ਨਾ ਕਿਸੇ ਨੂੰ ਗੁਲਾਮ ਕਰਨਾ ਚਾਹੁੰਦੇ ਨੇ। ਉਹ ਨਾ ਕਿਸੇ ਨੂੰ ਡਰ ਦਿੰਦੇ ਨੇ, ਡਰਾਉਂਦੇ ਨੇ, ਤੇ ਨਾ ਕਿਸੇ ਤੋਂ ਭੈ ਮੰਨਦੇ ਨੇ। ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ। ਉਹ ਤਾਂ ਆਪਣੇ ਪਿਆਰੇ ਵਾਹਿਗੁਰੂ ਜੀ ਵੱਲ ਧਿਆਨ ਰੱਖਦੇ ਨੇ। ਉਹ ਪਰਉਪਕਾਰ ਕਰਦੇ ਨੇ, ਦੁਨਿਆਵੀ ਲੋਭ ਲਈ ਨਹੀਂ, ਕਿਸੇ ਦੁਨੀਆ ਨੂੰ ਖੁਸ਼ ਕਰਨ ਵਾਸਤੇ ਨਹੀਂ। ਉਹ ਆਪਣੇ ਵਾਹਿਗੁਰੂ ਜੀ ਦੀ ਬਖਸ਼ਿਸ਼ ਵਾਸਤੇ ਕਰਦੇ ਨੇ, ਔਰ ਆਪਾ ਵਾਰ ਕੇ ਕਰਦੇ ਨੇ। ਇਹ ਗੱਲ ਯਾਦ ਰੱਖਿਓ। ਜਿਹੜੇ ਅੰਦਰੋਂ ਗੁਰੂ ਨੂੰ, ਰੱਬ ਨੂੰ ਸਮਰਪਿਤ ਹੋ ਕੇ ਪਰਉਪਕਾਰ ਕਰਦੇ ਨੇ ਨਾ, ਦੁਨੀਆ ਲੱਖ ਰੁਕਾਵਟਾਂ ਖੜੀਆਂ ਕਰ ਦੇਵੇ, ਰੱਬ ਉਹਨਾਂ ਦੇ ਲਈ ਪਰਉਪਕਾਰ ਕਰਨ ਦੇ ਹੋਰ ਬੜੇ ਬੜੇ ਰਾਹ ਖੋਲ੍ਹ ਦਿੰਦੇ ਨੇ। ਔਰ ਜਿਹੜੇ ਰਾਹ ਦੁਨੀਆ ਬੰਦ ਕਰਦੀ ਹੈ, ਵਾਹਿਗੁਰੂ ਜੀ ਵੱਡੇ ਰਾਹ ਖੋਲ੍ਹਦੇ ਨੇ। ਇਹ ਗੱਲ ਯਾਦ ਰੱਖਿਓ, ਕਦੀ ਪਰਖਦੇ ਰਹੋ। ਦੂਸਰੀ ਨਿਸ਼ਾਨੀ, ਰੱਬ ਦੇ ਮਾਰਗ ਤੇ ਤੁਰਨ ਵਾਲਿਆਂ ਦੀ ਜਦੋਂ ਕੋਈ ਨਿੰਦਾ ਕਰਦਾ ਨਾ, ਉਸ ਨਿੰਦਾ ਵਿੱਚ ਨਹੀਂ ਉਲਝਦੇ। ਕੋਈ ਵਿਰੋਧ ਕਰਦਾ, ਉਸ ਵੈਰ ਵਿਰੋਧ ਵਿੱਚ ਨਹੀਂ ਉਲਝਦੇ। ਕਿਉਂ? ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ। ਉਹਨਾਂ ਨੂੰ ਪਤਾ ਹੈ, ਉਹਨਾਂ ਦਾ ਧਿਆਨ ਆਪਣੇ ਮਾਲਕ ਵਾਹਿਗੁਰੂ ਜੀ ਵੱਲ ਹੁੰਦਾ ਹੈ, ਤੇ ਵਾਹਿਗੁਰੂ ਜੀ ਦੇ ਨਿਜ਼ਮ ਨੂੰ ਉਹਨਾਂ ਗੁਰੂ ਦੀ ਬਾਣੀ ਦੀਆਂ ਸਿੱਖਿਆਵਾਂ ਵਿੱਚੋਂ ਸਮਝਿਆ ਹੁੰਦਾ ਹੈ। ਉਹਨਾਂ ਨੂੰ ਪਤਾ ਹੈ ਕਿ ਸਮਾਂ ਬੜਾ ਸਮਰੱਥ ਹੁੰਦਾ ਹੈ। ਆਖੋ ਵਾਹਿਗੁਰੂ।
ਕੋਈ ਜਿਤਨਾ ਮਰਜ਼ੀ ਨਿੰਦਾ ਕਰਕੇ, ਝੂਠੇ ਲਾਛਨ ਲਾ ਕੇ, ਝੂਠੀਆਂ ਸਟੋਰੀਆਂ ਬਣਾ ਕੇ, ਜਿਸ ਤਰ੍ਹਾਂ ਮਰਜ਼ੀ ਧੁੰਦਲੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰੇ, ਸਮਾਂ ਐਸਾ ਸਮਰੱਥ ਹੈ, ਸਮੇਂ ਬਾਅਦ ਸਮੀਕਰਨ ਬਦਲ ਜਾਂਦੇ ਨੇ। ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਹਾਲਾਤ ਬਦਲਦੇ ਨੇ, ਇੱਕੋ ਜਿਹੇ ਨਹੀਂ ਰਹਿੰਦੇ। ਜਦੋਂ ਹਾਲਾਤ ਬਦਲਦੇ ਨੇ ਨਾ, ਉੱਥੇ ਇੱਕ ਰੱਬ ਦਾ ਨਿਜ਼ਮ ਚੱਲਦਾ ਹੈ। ਕਦੀ ਪਰਖਦੇ ਰਹਿਣਾ, ਉਹ ਹੈ ਕੂੜ ਨਖੁੱਟੈ ਨਾਨਕਾ, ਓੜਕ ਸੱਚ ਰਹੀ। ਸੱਚ ਖਹਿੰਦਾ ਨਹੀਂ, ਸੱਚ ਉਲਝਦਾ ਨਹੀਂ, ਸੱਚ ਬੈਰ ਵਿਰੋਧ ਨਹੀਂ ਕਰਦਾ, ਪਰ ਅਖੀਰ ਸਮਾਂ ਪਾ ਕੇ ਸੱਚ ਹੀ ਜਿੱਤਦਾ ਹੈ, ਆਖੋ ਵਾਹਿਗੁਰੂ। ਉਹਨਾਂ ਨੂੰ ਇਹਨਾਂ ਸਿਧਾਂਤਾਂ ਦੀ ਸੋਝੀ ਆ ਜਾਂਦੀ ਹੈ, ਇਸ ਕਰਕੇ ਆਪਣੇ ਰੱਬ ਵੱਲ ਧਿਆਨ ਹੁੰਦਾ ਹੈ। ਉਹ ਕਹਿੰਦੇ ਨੇ, ਤੁਹਾਡੀ ਨਿੰਦਾ ਕਰਦੇ ਨੇ, ਤੁਹਾਡੇ ਰਾਹ ਵਿੱਚ ਰੁਕਾਵਟਾਂ ਖੜੀਆਂ ਕਰਦੇ ਨੇ, ਉਹ ਤੁਹਾਡੇ ਬਾਰੇ ਇੱਦਾਂ ਸਟੋਰੀਆਂ ਬਣਾਉਂਦੇ ਨੇ, ਤੁਹਾਡੇ ਬਾਰੇ ਇੱਦਾਂ ਕਹਿੰਦੇ ਨੇ। ਉਹ ਕਹਿੰਦਾ, ਭਰਾਵਾ ਮੇਰੇ ਕੋਲੇ ਇਹੋ ਜਿਹੀਆਂ ਗੱਲਾਂ 'ਚ ਉਲਝਣ ਵਾਸਤੇ ਟਾਈਮ ਨਹੀਂ। ਉਹਨਾਂ ਕੋਲੇ ਤਾਂ ਵਿਜ਼ਨ ਹੀ ਕੋਈ ਨਹੀਂ, ਪਲਾਨਿੰਗ ਹੀ ਕੋਈ ਨਹੀਂ। ਉਹਨਾਂ ਕੋਲ ਪਰਉਪਕਾਰ ਕਰਨ ਦੀ ਕੋਈ ਪਲਾਨਿੰਗ ਨਹੀਂ, ਨਾ ਉਹ ਚਾਹੁੰਦੇ ਨੇ। ਉਹ ਤਾਂ ਆਪਣੇ ਆਪਣੇ ਕਾਰੋਬਾਰ, ਆਪਣੇ ਆਪਣੇ ਸਵਾਰਥ, ਲੋਭ ਦੇ ਵਿੱਚ ਉਲਝੇ ਹੋਏ ਨੇ। ਮੈਨੂੰ ਮੇਰੇ ਵਾਹਿਗੁਰੂ ਜੀ ਨੇ ਵਿਜ਼ਨ ਦਿੱਤਾ ਹੋਇਆ ਹੈ, ਮੇਰੇ ਕੋਲ ਇੰਨਾ ਟਾਈਮ ਨਹੀਂ ਕਿ ਉਸ ਵਾਸਤੇ ਉਲਝ ਗਿਆ, ਆਖੋ ਵਾਹਿਗੁਰੂ। ਇਹ ਸੋਝੀ ਗੁਰੂ ਦੇ ਵਿਰਸੇ ਨੇ ਦੇਣੀ ਹੈ। ਚਾਹੇ ਗੁਰੂ ਦੇ ਇਤਿਹਾਸ ਵਿੱਚੋਂ ਸਿੱਖ ਲੈਣਾ, ਚਾਹੇ ਗੁਰਬਾਣੀ ਦੀਆਂ ਸਿੱਖਿਆਵਾਂ ਵਿੱਚੋਂ ਸਿੱਖਣਾ, ਇਹ ਸੋਝੀ ਮਿਲੇਗੀ। ਜਿਨ੍ਹਾਂ ਨੂੰ ਸੋਝੀ ਮਿਲਦੀ, ਪਾਰ ਬ੍ਰਹਮ ਕਾ ਹੋਏ ਧਿਆਨ ਧਰਤੇ, ਉਹ ਤਾਂ ਆਪਣੇ ਰੱਬ ਵੱਲ ਧਿਆਨ ਰੱਖਦੇ ਨੇ, ਰੱਬ ਦੇ ਨਿਜ਼ਮ ਵੱਲ ਧਿਆਨ ਰੱਖਦੇ ਨੇ। ਸੰਤਨ ਕੀ ਮਹਿਮਾ ਕਵਨ ਵਖਾਨ, ਐਸੇ ਗੁਰਸਿੱਖ ਪਿਆਰੇ। ਇੱਥੇ ਸੰਤਨ ਦੇ ਅਰਥ ਗੁਰੂ ਕੇ ਪਿਆਰੇ। ਉਹਨਾਂ ਦੀ ਜੋ ਵਡਿਆਈ ਹੈ, ਉਹਨਾਂ ਦੇ ਕਾਰਜ, ਉਹਨਾਂ ਦੀ ਸੋਚ, ਵਿਜ਼ਨ, ਉਹਦੀ ਜੋ ਮਹਿਮਾ ਹੈ, ਜੋ ਵਡਿਆਈ ਹੈ, ਉਹ ਵਿਖਿਆਨ ਨਹੀਂ ਹੋ ਸਕਦੀ। ਉਹ ਤਾਂ ਅਨਮੋਲ ਹੈ, ਉਹਦੀ ਕੋਈ ਕੀਮਤ ਨਹੀਂ, ਕਿਉਂਕਿ ਉਹ ਆਪਣੇ ਲਈ ਨਹੀਂ ਕਰਦੇ, ਉਹ ਆਪਣੇ ਪਰਿਵਾਰ ਲਈ ਨਹੀਂ ਕਰਦੇ, ਤਾਂ ਕੌਮ ਲਈ, ਪਰ ਸਮਾਜ ਲਈ ਕਰਦੇ ਨੇ। ਉਹਨਾਂ ਦੀ ਜੋ ਅਵਸਥਾ ਹੈ, ਉਹ ਜਿਸ ਵਾਹਿਗੁਰੂ ਜੀ ਨਾਲ ਜੁੜੇ ਹੁੰਦੇ ਨੇ, ਅਗਾਧ ਬੋਧ ਕਿਛ ਮਿਤ ਨਹੀਂ ਜਾਣ, ਉਹ ਵਾਹਿਗੁਰੂ ਜੀ ਅਗਾਧ ਨੇ, ਬੋਧ ਨੇ। ਉਹਨਾਂ ਨਾਲ ਜੁੜਿਆ ਹੋਇਆ, ਮੰਨਣ ਦੀ ਭਾਵਨਾ ਵਿੱਚ ਆਇਆ ਹੋਇਆ ਗੁਰਸਿੱਖ, ਉਹਦੀ ਅਵਸਥਾ ਨੂੰ ਵੀ ਕੋਈ ਜਾਣ ਨਹੀਂ ਸਕਦਾ। ਪਿੱਛੇ ਜਪਜੀ ਸਾਹਿਬ 'ਚ ਜ਼ਿਕਰ ਹੁੰਦਾ ਨਾ, ਮੰਨੇ ਕੀ ਗਤ ਕਹੀ ਨਾ ਜਾਏ। ਇਸ ਲਈ ਅੰਦਰੋਂ ਅਰਦਾਸ ਨਿਕਲਦੀ ਹੈ, ਪਾਰ ਬ੍ਰਹਮ ਮੋਹਿ ਕਿਰਪਾ ਕੀ ਜੈ, ਇਹ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰ ਦਿਓ, ਬਖਸ਼ਿਸ਼ ਦੇ ਦਿਓ ਵਾਹਿਗੁਰੂ ਜੀ। ਐਸੀ ਕਿਰਪਾ ਕਰੋ, ਧੂਰ ਸੰਤਨ ਕੀ ਨਾਨਕ ਦੀ ਜੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਾਨਕ ਸ਼ਬਦ ਵਰਤ ਕੇ ਸਾਨੂੰ ਸਿਖਾ ਰਹੇ ਨੇ, ਮੰਗਣਾ ਸਿਖਾ ਰਹੇ ਨੇ। ਧੂੜ ਕੀ ਹੁੰਦਾ ਹੈ? ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਨੇ, ਗੁਰੂ ਦੇ ਮਾਰਗ ਲਈ ਆਪਾ ਵਾਰਨ ਵਾਲੇ ਨੇ, ਉਹ ਐਵੇਂ ਨਹੀਂ ਉਸ ਮਾਰਗ ਤੇ ਤੁਰਦੇ। ਉਹਨਾਂ ਦੇ ਅੰਦਰ ਕੋਈ ਨਾ ਕੋਈ ਗੁਣ ਹੁੰਦੇ ਨੇ, ਕੋਈ ਨਾ ਕੋਈ ਸਿਧਾਂਤ ਹੁੰਦੇ ਨੇ। ਉਹ ਸਵਾਰਥੀ ਨਹੀਂ ਹੁੰਦੇ, ਉਹ ਲੋਭੀ ਨਹੀਂ ਹੁੰਦੇ। ਉਹਨਾਂ ਦੇ ਅੰਦਰ ਗਲਤ ਤਰੀਕੇ ਨਾਲ ਪੈਸੇ ਕਮਾਉਣ ਦੀ ਕੋਈ ਇੱਛਾ ਨਹੀਂ ਹੁੰਦੀ, ਕੋਈ ਭਾਵਨਾ ਨਹੀਂ ਹੁੰਦੀ। ਉਹ ਤਾਂ ਆਪਾ ਵਾਰਦੇ ਨੇ, ਪਰਉਪਕਾਰ ਲਈ ਤੁਰਦੇ ਨੇ। ਉਹਨਾਂ ਦੇ ਜਿਹੜੇ ਗੁਣ ਨੇ ਨਾ, ਉਹਨਾਂ ਕੋਲੇ ਸਿਧਾਂਤ ਨੇ, ਸਿੱਖਿਆਵਾਂ ਨੇ, ਜ਼ਿੰਦਗੀ ਦੇ ਤਜਰਬੇ ਨੇ। ਉਹਦਾ ਪ੍ਰਭਾਵ ਸਾਡੇ ਤੇ ਪੈ ਜਾਵੇ, ਇਹਨੂੰ ਧੂੜੀ ਕਹਿੰਦੇ ਨੇ। ਸੰਤਨ ਕੀ ਧੂੜ ਦੇ ਜਾ, ਵਾਹਿਗੁਰੂ ਜੀ ਇਹ ਧੂੜੀ ਦੀ ਜੈ, ਸਾਨੂੰ ਦੇ ਦਿਓ। ਜੇ ਕੋਈ ਆਪਾ ਵਾਰ ਰਿਹਾ ਨਾ, ਵਿਘਨ ਰੁਕਾਵਟਾਂ ਵਿੱਚ ਵੀ ਆਪਾ ਵਾਰ ਰਿਹਾ ਹੈ, ਚਾਰ ਸਪੇਰੇ ਨਜ਼ਰ ਮਾਰਿਓ, ਤੁਹਾਡੀ ਜ਼ਿੰਦਗੀ 'ਚ ਕੋਈ ਨਾ ਕੋਈ ਤੁਹਾਨੂੰ ਜ਼ਰੂਰ ਮਿਲ ਜਾਏਗਾ। ਅਸੀਂ ਕਹਿੰਦੇ ਨਾ, ਪਰਿਵਾਰ ਦੇ ਵਿੱਚੋਂ ਸਾਨੂੰ ਟਾਈਮ ਨਹੀਂ ਨਿਕਲਦਾ ਜੀ, ਬੱਚੇ ਪਾਲਣੇ ਨੇ ਜੀ, ਪਰਿਵਾਰ ਚਲਾਉਣਾ ਜੀ, ਕੀ ਕਰੀਏ ਜੀ, ਬਹੁਤ ਔਖਾ ਹੈ ਜੀ। ਤੇ ਜਿਹੜੇ ਪਰਉਪਕਾਰ ਕਰਦੇ ਨੇ, ਉਹਨਾਂ ਦੇ ਪਰਿਵਾਰ ਨਹੀਂ, ਉਹਨਾਂ ਦੇ ਬੱਚੇ ਨਹੀਂ, ਉਹਨਾਂ ਨੇ ਬੱਚੇ ਨਹੀਂ ਪਾਲਣੇ ਹੁੰਦੇ। ਕੀ ਉਹ ਪਰਿਵਾਰ ਨਹੀਂ ਚਲਾਉਂਦੇ? ਕੀ ਉਹ ਆਪਣੇ ਬੱਚਿਆਂ ਨੂੰ ਨਹੀਂ ਪਾਲਦੇ? ਪਰ ਫਿਰ ਵੀ ਉਹ ਪਰਉਪਕਾਰ ਲਈ ਆਪਾ ਵਾਰਦੇ ਨੇ। ਚਾਰ ਸਫੇਰੇ ਨਜ਼ਰ ਮਾਰਨੀ, ਕੋਈ ਨਾ ਕੋਈ ਤੁਹਾਨੂੰ ਜ਼ਰੂਰ ਮਿਲ ਜਾਏਗਾ। ਜਿਹੜਾ ਮਿਲੇਗਾ, ਉਹਦੇ ਕੋਲ ਇਹਦਾ ਮਤਲਬ ਬਖਸ਼ਿਸ਼ ਹੈ, ਸਿਦਕ ਹੈ ਉਹਦੇ ਕੋਲ, ਉਹਦੇ ਕੋਲ ਜਜ਼ਬਾ ਹੈ,
ਉਹਦੇ ਕੋਲ ਲਗਨ ਹੈ, ਉਹਦੇ ਕੋਲ ਜਾਨੂਨ ਹੈ। ਇਹ ਵਾਹਿਗੁਰੂ ਜੀ ਇਹ ਗੁਣ ਸਾਨੂੰ ਵੀ ਦੇ ਦਿਓ। ਇਹਨੂੰ ਚਰਨ ਧੂੜੀ ਕਹਿੰਦੇ ਨੇ। ਗੁਰਸਿੱਖਾਂ ਦੇ ਚੰਗੇ ਗੁਣਾਂ ਦਾ ਪ੍ਰਭਾਵ ਸਾਡੇ ਤੇ ਪੈ ਜਾਵੇ। ਪਰ ਇਹ ਗੱਲ ਯਾਦ ਰੱਖਿਓ, ਦੂਸਰੇ ਦੇ ਚੰਗੇ ਗੁਣਾਂ ਦਾ ਪ੍ਰਭਾਵ ਇਹ ਚਰਨ ਧੂੜੀ ਹੈ। ਇਹਨੂੰ ਸਵਾਰਥੀ ਜੈਲਸ ਸੁਭਾਅ ਕਦੀ ਨਹੀਂ ਮੰਗੇਗਾ। ਜੈਲਸ ਨੂੰ ਕਿਸੇ ਦੇ ਚੰਗੇ ਗੁਣ ਦਿਸਣਗੇ ਨਹੀਂ। ਜਿਹੜਾ ਜੈਲਸ ਕਰਦਾ ਹੈ, ਜਿਹੜਾ ਈਰਖਾ ਦੀ ਅੱਗ ਵਿੱਚ ਸੜਦਾ ਨਾ, ਉਹਨੂੰ ਕਿਸੇ ਦਾ ਪਰਉਪਕਾਰ ਨਹੀਂ ਦਿਸਦਾ, ਉਹਨੂੰ ਆਪਣਾ ਲੋਭ ਦਿਸਦਾ ਹੈ। ਨਫ਼ਰਤ ਕਰਨ ਵਾਲੇ ਨੂੰ ਨਹੀਂ ਦਿਸੇਗਾ, ਕਿੱਥੇ ਮੰਗੇਗਾ। ਉਹ ਪੜ੍ਹਦਾ ਰਵੇ ਭਾਵੇਂ ਧੂੜੀ ਦੀ ਜੈ। ਹੁਣ ਪ੍ਰਿਥੀ ਚੰਦ ਨੇ ਨਹੀਂ ਇਹ ਕਵਿਤਾਵਾਂ ਪੜ੍ਹੀਆਂ ਹੋਣਗੀਆਂ, ਇਹ ਵਾਹਿਗੁਰੂ ਇਹ ਪੰਕਤੀਆਂ ਪ੍ਰਿਥੀ ਚੰਦ ਨੇ ਨਹੀਂ ਪੜ੍ਹੀਆਂ ਹੋਣਗੀਆਂ। ਇਹ ਬਾਣੀ ਨਹੀਂ ਪੜ੍ਹੀ ਹੋਏਗੀ, ਇਹ ਗੁਰੂ ਦੇ ਬਚਨ ਨਹੀਂ ਸੁਣੇ ਹੋਣਗੇ, ਉਸਨੇ ਸੁਣੇ ਹੋਣਗੇ। ਪਰ ਉਹ ਕਿੱਥੋਂ ਗੁਣਾਂ ਦਾ ਪ੍ਰਭਾਵ ਲੈ ਲੈਂਦਾ। ਉਹ ਤੇ ਆਪਣੇ ਸਕੇ ਭਰਾ ਨਾਲ ਨਫ਼ਰਤ ਕਰਦਾ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਨਫ਼ਰਤ ਕਰੀ ਜਾਂਦਾ ਸੀ। ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨਾਲ ਨਫ਼ਰਤ ਕਰੀ ਜਾਂਦੇ। ਕਿੱਥੋਂ ਪ੍ਰਭਾਵ ਪਏਗਾ? ਜਿਹੜਾ ਕਿਸੇ ਪਰਉਪਕਾਰੀ ਜਾਂ ਗੁਰਮੁਖ ਸਿੱਖ ਦੇ ਨਾਲ, ਗੁਰਸਿੱਖ ਦੇ ਨਾਲ ਨਫ਼ਰਤ ਕਰਦਾ ਹੈ, ਜੈਲਸ ਦੀ ਅੱਗ ਵਿੱਚ ਸੜਦਾ ਹੈ, ਉਹ ਨਿੰਦਾ ਦੇ ਅੰਬਾਰ ਲਾ ਦਿੰਦਾ ਹੈ, ਕਿੱਥੋਂ ਉਹਦਾ ਪ੍ਰਭਾਵ ਕਬੂਲ ਲਏਗਾ? ਉਹਨੇ ਗੁਰਬਾਣੀ ਦੇ ਅਰਥ ਸਿੱਖੇ ਨਹੀਂ। ਹੋ ਸਕਦਾ ਉਹਦੇ ਮਾਪਿਆਂ ਨੇ ਉਹਨੂੰ ਗੁਰਬਾਣੀ ਨਹੀਂ ਸਿਖਾਈ। ਹੋ ਸਕਦਾ ਉਹਨੂੰ ਗੁਰਬਾਣੀ ਦੇ ਅਰਥ ਨਹੀਂ ਪਤਾ। ਗੁਰਬਾਣੀ ਪੜ੍ਹ ਲੈਣੀ ਹੋਰ ਗੱਲ ਹੈ, ਅਰਥਾਂ ਨੂੰ ਸਮਝ ਲੈਣਾ ਹੋਰ ਗੱਲ ਹੈ। ਫਿਰ ਜਿਉਂ ਲੈਣਾ ਜਿਨ੍ਹਾਂ ਦੇ ਘਰਾਂ ਵਿੱਚ ਗੁਰਬਾਣੀ ਦਾ ਕਲਚਰ ਹੀ ਕੋਈ ਨਹੀਂ। ਗੁਰਬਾਣੀ ਤਾਂ ਦੂਰ ਦੀ ਬਾਤ ਹੈ, ਪੰਜਾਬੀ ਬੋਲਣ ਦਾ ਕਲਚਰ ਨਹੀਂ, ਸਿੱਖੀ ਦਾ ਕੋਈ ਕਲਚਰ ਨਹੀਂ, ਗੁਰਮਤ ਦਾ ਕਲਚਰ ਨਹੀਂ। ਕਿੱਥੋਂ ਇਹ ਚੀਜ਼ ਆਏਗੀ? ਮੇਰੇ ਗੁਰੂ ਦੀ ਬਾਣੀ ਨੇ ਸਿਖਾਉਣਾ ਹੈ, ਝੂਠ ਮਾਰਨੀ ਹੈ। ਇਹ ਵਾਹਿਗੁਰੂ ਜੀ ਜਿਹੜੇ ਚੰਗੇ ਗੁਣ ਗੁਰਸਿੱਖਾਂ ਦੇ ਕੋਲ ਨੇ, ਉਹਦਾ ਪ੍ਰਭਾਵ ਮੇਰੇ ਤੇ ਪੈ ਜਾਵੇ। ਇਹਨੂੰ ਸ਼ਬਦਾਵਲੀ ਵਰਤੀ ਹੈ, ਸੰਤਨ ਕੀ ਧੂੜੀ ਦੀਦੇ। ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਗਲਾ ਸ਼ਬਦ। ਗੌੜੀ ਰਾਗ ਵਿੱਚ ਗੁਆਰੇਰੀ ਕਿਸਮ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਹੈ। ਤੇ ਅਗਲਾ ਸ਼ਬਦ ਗੌੜੀ ਰਾਗ ਦਾ 87ਵਾਂ, ਗੁਰੂ ਅਰਜਨ ਦੇਵ ਸਾਹਿਬ ਜੀ ਦਾ 18ਵਾਂ ਸ਼ਬਦ ਸ਼ੁਰੂ ਹੋ ਰਿਹਾ। ਜਿਹਨੂੰ ਇਸ ਮਾਰਗ ਦੀ ਸੋਝੀ ਆ ਗਈ ਨਾ, ਉਹਨੂੰ ਪਤਾ ਲੱਗਿਆ ਵਾਹਿਗੁਰੂ ਜੀ ਤੁਸੀਂ ਹੀ ਮੇਰੇ ਲਈ ਸਭ ਕੁਛ ਹੋ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ। ਸਖਾ ਹੁੰਦਾ ਹੈ ਅਸਲੀ ਰਿਸ਼ਤੇਦਾਰ, ਗੂੜਾ ਰਿਸ਼ਤੇਦਾਰ, ਕਲੋਜ਼ ਰਿਲੇਸ਼ਨਸ਼ਿਪ, ਸਭ ਤੋਂ ਨੇੜੇ ਦਾ ਰਿਸ਼ਤੇਦਾਰ ਵਾਹਿਗੁਰੂ ਜੀ ਤੁਸੀਂ ਹੋ। ਆਮ ਮਨੁੱਖ ਆਪਣੇ ਸਵਾਰਥ ਵਿੱਚੋਂ ਦੀ ਦੇਖਦਾ, ਉਹ ਭਾਵਨਾ ਨਹੀਂ ਸਮਝਦਾ। ਉਹ ਨਾ ਭਾਵਨਾ ਸਮਝੇ, ਨਾ ਜਜ਼ਬਾ ਸਮਝੇ, ਨਾ ਜਜ਼ਬੇ ਦੀ ਭਾਵਨਾ ਦੀ ਪਰਖ ਹੈ, ਤੇ ਨਾ ਕੋਈ ਕਦਰ ਕਰੇ। ਵਾਹਿਗੁਰੂ ਜੀ ਤੁਸੀਂ ਕਮਾਲ ਹੋ, ਤੁਸੀਂ ਮੇਰੇ ਮਿੱਤਰ ਹੋ। ਮਿੱਤਰ ਉਹ ਹੁੰਦਾ ਹੈ ਜਿਹੜਾ ਦੁੱਖਾਂ ਵਿੱਚ ਸਾਥ ਨਹੀਂ ਛੱਡਦਾ। ਦੁਨੀਆ ਛੋਟੀ ਜੀ ਗੱਲ ਤੇ ਸਾਥ ਛੱਡ ਜਾਂਦੀ ਹੈ। ਸਾਥ ਦੇਣਾ ਤਾਂ ਦੂਰ ਦੀ ਬਾਤ ਹੈ, ਜਦੋਂ ਸਾਥ ਛੱਡਦੀ ਹੈ ਨਾ, ਫਿਰ ਉਹਨੂੰ ਇਹ ਹੁੰਦਾ ਮੂਧੇ ਮੂੰਹ ਡਿੱਗੇ। ਪਰ ਵਾਹਿਗੁਰੂ ਜੀ ਤੁਸੀਂ ਤੇ ਕਮਾਲ ਹੋ, ਤੁਸੀਂ ਹੀ ਮੇਰੇ ਸੱਚੇ ਮਿੱਤਰ ਹੋ। ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ। ਵਾਹਿਗੁਰੂ ਜੀ ਤੁਸੀਂ ਮੇਰੇ ਪਿਆਰੇ ਹੋ, ਤੇ ਤੁਹਾਡੇ ਨਾਲ ਮੇਰੀ ਗੂੜੀ ਪ੍ਰੀਤ ਹੈ। ਤੁਮ ਸੰਗ ਹੀਤ, ਤੂੰ ਮੇਰੀ ਪੱਤ, ਤੂੰ ਹੈ ਮੇਰਾ ਗਹਿਣਾ। ਦੁਨੀਆ ਕਹਿੰਦੀ ਹੈ ਜੀ ਪਰਿਵਾਰ ਸ਼ਰੀਕੇ ਕਰਕੇ ਇੱਜ਼ਤ ਸਨਮਾਨ ਹੁੰਦਾ ਹੈ। ਗੁਰਸਿੱਖ ਕਹਿੰਦਾ ਵਾਹਿਗੁਰੂ ਜੀ ਤੁਸੀਂ ਮੇਰੇ ਨਾਲ ਹੋ, ਇਹੋ ਮੇਰਾ ਸਨਮਾਨ ਹੈ, ਇਹੋ ਮੇਰੀ ਪੱਤ ਹੈ, ਇਹੋ ਮੇਰਾ ਸਟੇਟਸ ਹੈ। ਗਹਿਣਾ ਜਵੈਲਰੀ ਹੁੰਦੀ ਹੈ, ਸਰੀਰ ਨੂੰ ਸ਼ਿੰਗਾਰਨ ਵਾਸਤੇ ਸੋਹਣਾ ਦਿਸੇ। ਵਾਹਿਗੁਰੂ ਜੀ ਤੁਹਾਡੀ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਬਖਸ਼ਿਸ਼ ਦੀ ਦਾਤ, ਗੁਰੂ ਦੇ ਉਪਦੇਸ਼, ਜਜ਼ਬਾ, ਲਗਨ, ਪਿਆਰ, ਤੁਹਾਡੇ ਗੁਣ, ਇਹੋ ਹੀ ਮੇਰੇ ਲਈ ਗਹਿਣਾ ਹੈ। ਆਖੋ ਵਾਹਿਗੁਰੂ। ਤੁਝ ਬਿਨ ਨਿਮਖ ਨਾ ਜਾਈ ਰਹਿਣਾ। ਵਾਹਿਗੁਰੂ ਜੀ ਦੁਨੀਆ ਤੋਂ ਬਿਨਾਂ ਸਾਰੀ ਜ਼ਿੰਦਗੀ ਸਰ ਸਕਦਾ ਹੈ, ਤੁਹਾਡੇ ਤੋਂ ਬਿਨਾਂ ਇੱਕ ਪਲ ਨਹੀਂ ਰਿਹਾ ਜਾ ਸਕਦਾ। ਆਖੋ ਵਾਹਿਗੁਰੂ।
ਤੁਸੀਂ ਸੱਚੇ ਸਾਥੀ ਹੋ। ਹਰ ਕੋਈ ਆਪਣੇ ਆਪ ਵਿੱਚ ਉਲਝਿਆ ਹੋਇਆ ਹੈ। ਉਹਨੇ ਪਰਿਵਾਰ ਚਲਾਉਣਾ ਹੈ, ਉਹਨੇ ਕਾਰੋਬਾਰ ਚਲਾਉਣਾ ਹੈ, ਉਹ ਆਪਣੇ ਆਪਣੇ ਪਰਿਵਾਰ ਕਾਰੋਬਾਰ ਵਿੱਚ ਉਲਝਿਆ ਹੈ। ਵਾਹਿਗੁਰੂ ਜੀ, ਤੁਸੀਂ ਕਮਾਲ ਹੋ। ਐਡੇ ਵੱਡੇ ਯੂਨੀਵਰਸ ਨੂੰ ਚਲਾਉਣਾ ਹੈ, ਉਹਦੇ ਬਾਵਜੂਦ ਵੀ ਤੁਸੀਂ ਸਾਡਾ ਹਰ ਵੇਲੇ ਖਿਆਲ ਰੱਖਦੇ ਹੋ। ਤੁਹਾਡੇ ਤੋਂ ਬਿਨਾਂ ਵਾਹਿਗੁਰੂ ਜੀ ਆਤਮਿਕ ਜੀਵਨ ਨਹੀਂ ਜਿਉਇਆ ਜਾ ਸਕਦਾ। ਤੁਹਾਡੀ ਰਹਿਮਤ ਤੋਂ ਬਿਨਾਂ ਪਰਉਪਕਾਰ ਨਹੀਂ ਹੋ ਸਕਦਾ। ਤੁਹਾਡੀ ਬਖਸ਼ਿਸ਼ ਤੋਂ ਬਿਨਾਂ ਜਜ਼ਬਾ ਨਹੀਂ ਹੋ ਸਕਦਾ, ਲਗਨ ਨਹੀਂ ਹੋ ਸਕਦੀ। ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਨਹੀਂ। ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਨ। ਵਾਹਿਗੁਰੂ ਜੀ, ਤੁਸੀਂ ਮੇਰੇ ਪਿਆਰੇ ਲਾਲ ਹੋ, ਪਿਆਰੇ ਹੋ, ਗੂੜੇ ਪਿਆਰੇ। ਤੁਸੀਂ ਮੇਰੀ ਜਿੰਦ ਜਾਨ ਹੋ, ਪ੍ਰਾਨ। ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ ਰਹਾਓ, ਸੈਂਟਰਲ ਆਈਡੀਆ। ਵਾਹਿਗੁਰੂ ਜੀ, ਤੁਸੀਂ ਮੇਰੇ ਮਾਲਕ ਹੋ, ਖਾਨ ਸਾਹਿਬ ਹੋ, ਸਿਰ ਦੇ ਸਾਈਂ ਹੋ, ਖਾਨ ਮਾਲਕ ਹੋ। ਵਾਹਿਗੁਰੂ ਜੀ, ਤੁਸੀਂ ਮੇਰੇ ਜਿਉਂ ਤੁਮ ਰਾਖੋ ਤਿਵ ਹੀ ਰਹਿਣਾ। ਵਾਹਿਗੁਰੂ ਜੀ, ਤੁਹਾਡੇ ਹੋ ਗਏ ਆ। ਜਿਸ ਤਰ੍ਹਾਂ ਦੇ ਮਰਜ਼ੀ ਜ਼ਿੰਦਗੀ ਦੇ ਹਾਲਾਤ ਆਉਣ, ਉਹਨੂੰ ਤੁਹਾਡੀ ਰਹਿਮਤ ਕਰਕੇ ਮੰਨਣਾ ਹੈ। ਤੁਹਾਡੇ ਰੱਬੀ ਉਪਦੇਸ਼ ਅਨੁਸਾਰ ਜੀਵਨ ਜਿਉਣਾ ਹੈ। ਵਾਹਿਗੁਰੂ ਜੀ, ਤੁਹਾਡੀ ਬਖਸ਼ਿਸ਼ ਦੇ ਲਈ ਆਪਾ ਵਾਰਦੇ ਰਹਿਣਾ। ਜੋ ਤੁਮ ਕਹੋ ਸੋਈ ਮੋਹਿ ਕਰਨਾ। ਇਹ ਵਾਹਿਗੁਰੂ ਜੀ, ਤੁਸੀਂ 3 ਤਰੀਕਿਆਂ ਦੇ ਨਾਲ ਦੱਸਦੇ ਹੋ ਜੀਵਨ ਜਿਉਣਾ। ਇੱਕ ਤੁਹਾਡਾ ਤਰੀਕਾ ਹੈ ਵਾਹਿਗੁਰੂ ਜੀ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਰਾਹੀਂ ਦੱਸਦੇ ਹੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਜੋ ਉਪਦੇਸ਼ ਨੇ, ਉਹ ਮੇਰੇ ਗੁਰੂ ਦਾ ਗੁਰ ਸਰੂਪ ਹੈ ਅਤੇ ਤੁਹਾਡਾ ਉਹ ਗਿਆਨ ਸਰੂਪ ਹੈ। ਤੁਹਾਡਾ ਸੱਚਾ ਗਿਆਨ ਹੈ, ਰੱਬੀ ਗਿਆਨ ਹੈ। ਇਹ ਕਿਸ ਤਰੀਕੇ ਨਾਲ ਤੁਸੀਂ ਦੱਸਦੇ ਹੋ ਵਾਹਿਗੁਰੂ ਜੀ, ਤੁਸੀਂ ਇਹ ਪ੍ਰੇਰਨਾ ਦਿੰਦੇ ਹੋ, ਉਸੇ ਤਰੀਕੇ ਨਾਲ ਮੈਂ ਜਿਉਣਾ ਹੈ। ਦੂਸਰਾ ਤੁਹਾਡਾ ਤਰੀਕਾ ਹੈ, ਦੁਨੀਆ ਦੇ ਹਰ ਵਰਤਾਰੇ ਵਿੱਚ ਕੁਝ ਕੌੜੇ ਨੇ, ਕੁਝ ਮਿੱਠੇ ਨੇ। ਕੁਝ ਸੁੱਖ ਦੇਣ ਵਾਲੇ ਵਰਤਾਰੇ ਵਰਤਦੇ ਨੇ, ਕੁਝ ਦੁੱਖ ਦੇਣ ਵਾਲੇ ਵਰਤਦੇ ਨੇ। ਕੁਝ ਵਰਤਾਰੇ ਵਾਹਿਗੁਰੂ ਜੀ ਹੌਸਲਾ ਦਿੰਦੇ ਨੇ, ਕੁਝ ਵਰਤਾਰੇ ਹੌਸਲਾ ਤੋੜ ਦਿੰਦੇ ਨੇ। ਕੁਝ ਵਰਤਾਰੇ ਅੱਗੇ ਵਧਣ ਵਾਸਤੇ ਸਹਾਈ ਹੁੰਦੇ ਨੇ। ਦੁਨੀਆ ਦੇ ਕੁਝ ਵਰਤਾਰੇ ਰੁਕਾਵਟਾਂ ਖੜੀਆਂ ਕਰਦੇ ਨੇ। ਵਾਹਿਗੁਰੂ ਜੀ, ਤੁਸੀਂ ਹਰ ਵਰਤਾਰੇ ਵਿੱਚੋਂ ਗਿਆਨ ਬਖਸ਼ਦੇ ਹੋ। ਜੋ ਗਿਆਨ ਮਿਲਦਾ ਹੈ, ਉਸੇ ਤਰ੍ਹਾਂ ਜੀਵਨ ਜਿਉਣਾ। ਜੋ ਤੁਮ ਕਹੋ ਸੋਈ ਮੋਹਿ ਕਰਨਾ। ਦੂਸਰਾ ਤਰੀਕਾ ਵਾਹਿਗੁਰੂ ਜੀ ਦਾ ਹੈ। ਮੈਂ ਫਿਰ ਦੁਹਰਾ ਦਿਆਂ, ਗੁਰੂ ਦੇ ਉਪਦੇਸ਼, ਰੱਬ ਦੱਸਦਾ ਜਿਉਣਾ ਕਿਵੇਂ ਹੈ। ਪਹਿਲਾ ਤਰੀਕਾ, ਹਰ ਵਰਤਾਰੇ ਵਿੱਚੋਂ ਰੱਬੀ ਗਿਆਨ, ਇਹ ਰੱਬ ਦੱਸਦਾ ਹੈ ਕਿ ਕਿਵੇਂ ਜਿਉਣਾ ਹੈ। ਤੀਸਰਾ ਵਾਹਿਗੁਰੂ ਜੀ, ਤੁਸੀਂ ਅੰਦਰ ਗੁਰੂ ਦਾ ਸ਼ਬਦ ਬਣ ਕੇ, ਜ਼ਮੀਰ ਦੀ ਆਵਾਜ਼ ਬਣ ਕੇ ਦੱਸਦੇ ਹੋ। ਇਸ ਲਈ ਬਸ ਇਹੋ ਹੀ ਜੀਵਨ ਦੀ ਰਮਨ ਸਮਝਾਈ, ਜੋ ਤੁਮ ਕਹੋ ਸੋਈ ਮੋਹਿ ਕਰਨਾ। ਬਸ ਇਹੀ ਕਰਨਾ ਹੈ। ਅੰਦਰੋਂ ਤੁਸੀਂ ਪ੍ਰੇਰਨਾ ਦਿੰਦੇ ਹੋ, ਉਸ ਪ੍ਰੇਰਨਾ ਵਿੱਚ ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ, ਕਮਾਲ ਹੀ ਕਮਾਲ ਹੈ। ਜਹਾਂ ਪੇਖੋ ਤਹਾਂ ਤੁਮ ਬਸਨਾ। ਜਿੱਧਰ ਵੀ ਦੇਖੀਏ ਵਾਹਿਗੁਰੂ ਜੀ, ਤੁਸੀਂ ਸੱਚਾ ਗਿਆਨ ਬਣ ਕੇ ਬਸੇ ਹੋਏ ਹੋ। ਜੋ ਸਹਿਯੋਗ ਦੇ ਗਿਆ, ਉਹਦੇ ਵਿੱਚੋਂ ਵੀ ਤੇਰਾ ਗਿਆਨ ਮਿਲਿਆ। ਜੋ ਵਿਰੋਧ ਕਰ ਗਿਆ, ਉਹਦੇ ਵਿੱਚੋਂ ਵੀ ਤੇਰਾ ਗਿਆਨ ਮਿਲਿਆ। ਕਮਾਲ ਹੈ, ਕਮਾਲ ਹੀ ਕਮਾਲ ਹੈ ਵਾਹਿਗੁਰੂ ਜੀ। ਜੋ ਸਹਿਯੋਗ ਦੇ ਗਿਆ, ਉਹ ਵੀ ਤੇਰੇ ਮਾਰਗ ਤੇ ਤੁਰਨ ਦਾ ਹੌਸਲਾ ਦੇ ਗਿਆ। ਜੋ ਵਿਰੋਧ ਕਰ ਗਿਆ, ਉਹ ਵੀ ਤੇਰੇ ਮਾਰਗ ਤੇ ਤੁਰਨ ਦਾ ਸਿਦਕ ਦੇ ਗਿਆ। ਆਖੋ ਵਾਹਿਗੁਰੂ, ਕਮਾਲ ਹੈ। ਜਿੱਧਰ ਵੀ ਵੇਖੀਏ ਤੁਸੀਂ ਤੂੰ ਹਾਂ, ਤੂੰ ਹੀ ਤੂੰ ਹੈ। ਕਮਾਲ ਹੀ ਕਮਾਲ ਹੈ। ਨਿਰਭਉ ਨਾਮ ਜਪਉ ਤੇਰਾ ਰਸਨਾ। ਆਪਣੀ ਸੁਰਤ ਦੇ ਨਾਲ, ਰਸਨਾ ਦੇ ਨਾਲ ਤੁਸੀਂ ਨਿਰਭਉ ਹੋ, ਤੇ ਤੁਹਾਡਾ ਗਿਆਨ ਰੂਪੀ ਨਾਮ ਵੀ ਨਿਰਭਉ ਹੈ। ਗਿਆਨ ਰੂਪੀ ਨਾਮ ਨੂੰ ਜ਼ਿੰਦਗੀ ਦੇ ਸੋਚ ਸੁਭਾਅ 'ਤੇ ਲਾਗੂ ਕਰਕੇ ਮੰਨਣਾ, ਇਹ ਜਪਣਾ ਹੈ ਵਾਹਿਗੁਰੂ ਜੀ। ਸੁਰਤੇ ਦਾ ਆਨੰਦ ਮਾਣੇ, ਗਿਆਨ ਰੂਪੀ ਨਾਮ ਜਪਦਾ ਰਹਾ। ਧਿਆਨ ਰੂਪੀ ਨਾਮ ਸਾਡੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ
ਭੈ ਭਾਵਨੀ ਵਿੱਚ ਸ਼ੁਕਰਾਨੇ ਵਿੱਚ ਜਿਉਂਦਾ ਰਵਾਂ, ਐਸੀ ਭਾਵਨਾ ਪ੍ਰਗਟ ਕੀਤੀ ਇਸ ਵਿੱਚ। ਤੂੰ ਮੇਰੀ ਨਵਨਿਧ ਤੂੰ ਭੰਡਾਰ, ਵਾਹਿਗੁਰੂ ਜੀ ਤੁਸੀਂ ਹੀ ਮੇਰੇ ਲਈ ਨਵਨਿਧੀਆਂ ਹੋ। ਕੁਛ ਨਹੀਂ ਚਾਹੀਦਾ ਤੁਹਾਡੀ ਬਖਸ਼ਿਸ਼ ਤੋਂ ਬਿਨਾਂ। ਤੁਹਾਡੇ ਦਿੱਤੇ ਹੋਏ ਗੁਣ ਚਾਹੀਦੇ ਨੇ ਵਾਹਿਗੁਰੂ ਜੀ, ਹੋਰ ਕੁਛ ਨਹੀਂ ਚਾਹੀਦਾ। ਤੁਹਾਡੀ ਯਾਦ, ਤੁਹਾਡਾ ਸ਼ੁਕਰਾਨਾ, ਇਹ ਸਭ ਕੁਛ ਹੈ। ਤੁਸੀਂ ਹੀ ਖਜ਼ਾਨੇ ਹੋ ਮੇਰੇ ਲਈ। ਦੁਨੀਆ ਦੇ ਖਜ਼ਾਨੇ ਤੇ ਹੱਥਾਂ ਦੀ ਮੈਲ ਹੈ, ਇਤ ਕੋ ਆਵੈ ਉਤ ਕੋ ਜਾਵੈ, ਇੱਧਰੋਂ ਆਉਂਦੀ ਉੱਧਰ ਚਲੀ ਜਾਂਦੀ ਹੈ। ਇਹ ਤਾਂ ਉਹ ਖੂਹ ਹੈ ਜਿਹੜਾ ਕਦੀ ਭਰਦਾ ਹੀ ਨਹੀਂ। ਪਰ ਤੇਰੀਆਂ ਦਾਤਾਂ, ਤੇਰੀਆਂ ਰਹਿਮਤਾਂ ਅਸਲੀ ਭੰਡਾਰੇ ਨੇ। ਰੰਗ ਰਸਾ ਤੂੰ ਮਨ ਹੈ ਆਧਾਰ, ਮਨ ਦੇ ਅੰਦਰ ਜੋ ਪਿਆਰ ਹੈ, ਰੰਗ ਦੇ ਅਰਥ ਪਿਆਰ, ਜੋ ਰਸ ਬਣਦਾ ਤੇਰੀ ਰਜ਼ਾ 'ਚ ਤੁਰਨ ਦਾ, ਉਹੀ ਆਸਰਾ ਹੈ। ਉਹਦੇ ਨਾਲ ਹੀ ਆਤਮਿਕ ਜੀਵਨ ਬਣਦਾ ਹੈ। ਤੂੰ ਮੇਰੀ ਸ਼ੋਭਾ ਤੁਮ ਸੰਗ ਰਚੀਆ, ਵਾਹਿਗੁਰੂ ਜੀ ਤੁਸੀਂ ਹੀ ਮੇਰੇ ਲਈ ਵਡਿਆਈ ਹੋ, ਮਾਨ ਸਨਮਾਨ ਹੋ, ਸ਼ੋਭਾ। ਤੁਸੀਂ ਹੀ ਬਖਸ਼ਿਸ਼ ਹੋ, ਬਖਸ਼ਿਸ਼ ਦੇ ਖਜ਼ਾਨੇ ਹੋ। ਮਤ ਤੁਹਾਡੇ ਅੰਦਰ, ਤੁਹਾਡੇ ਪਿਆਰ ਵਿੱਚ ਰਚੀ ਹੋਈ ਹੈ, ਸੁਰਤ ਤੁਹਾਡੇ ਪਿਆਰ ਵਿੱਚ ਭਿੱਜੀ ਹੋਈ ਹੈ। ਤੂੰ ਮੇਰੀ ਓਟ, ਤੂੰ ਹੈ ਮੇਰਾ ਤਕੀਆ, ਵਾਹਿਗੁਰੂ ਜੀ ਤੁਸੀਂ ਹੀ ਮੇਰੀ ਓਟ ਹੋ ਤੇ ਤੁਸੀਂ ਹੀ ਮੇਰਾ ਸਹਾਰਾ ਹੋ। ਮੇਰਾ ਆਸਰਾ ਵੀ ਤੁਸੀਂ ਹੋ, ਮੇਰਾ ਸਹਾਰਾ ਵੀ ਤੁਸੀਂ ਹੋ। ਮਨ ਤਨ ਅੰਤਰ ਤੁਹੀਂ ਧਿਆਇਆ, ਜਦੋਂ ਇਹ ਮਹਿਸੂਸ ਹੁੰਦਾ ਹੈ ਨਾ, ਅਹਿਸਾਸ ਹੁੰਦਾ ਹੈ, ਫਿਰ ਮਨ ਦੇ ਅੰਦਰੋਂ ਤੇ ਤਨ ਦੇ ਅੰਦਰੋਂ ਵਾਹਿਗੁਰੂ ਜੀ ਤੁਹਾਨੂੰ ਹੀ ਧਿਆਇਆ। ਸਰੀਰ ਨਾਲ ਕਰਮ ਕੀਤੇ ਤੇ ਤੁਹਾਡੇ ਮਾਰਗ ਤੇ ਤੁਹਾਡੀ ਬਣਾਈ ਹੋਈ ਮਨੁੱਖਤਾ ਲਈ ਕੀਤੇ, ਗੁਰੂ ਦੀ ਕੌਮ ਲਈ ਕੀਤੇ। ਮਨ ਦੇ ਅੰਦਰ ਵਿਚਾਰਾਂ ਕੀਤੀਆਂ ਤੇ ਤੁਹਾਡੀ ਬਖਸ਼ਿਸ਼ ਦੀਆਂ ਵਿਚਾਰਾਂ ਕੀਤੀਆਂ। ਮਨ ਤੇ ਤਨ ਵਿੱਚ ਧਿਆਨ ਤੁਹਾਡਾ ਹੀ ਹੈ, ਆਖੋ ਵਾਹਿਗੁਰੂ। ਮਰਮ ਤੁਮਾਰਾ ਗੁਰ ਤੇ ਪਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਜੋ ਗੁਰ ਸਰੂਪ ਹੈ, ਗੁਰੂ ਦਾ ਉਪਦੇਸ਼ ਹੈ, ਜੋ ਸੱਚਾ ਗਿਆਨ ਹੈ, ਉਸ ਰਾਹੀਂ ਤੁਹਾਡਾ ਭੇਦ ਪਾਇਆ। ਮਰਮ ਦੇ ਅਰਥ ਹੈ ਭੇਦ। ਤੁਹਾਡੇ ਮਾਰਗ ਦਾ ਭੇਦ ਪੈ ਗਿਆ, ਲੱਭ ਗਿਆ। ਤੁਸੀਂ ਰਹਿਮਤਾਂ ਕੀਤੀਆਂ, ਬਖਸ਼ਿਸ਼ ਦਿੱਤੀ। ਸਤਿਗੁਰ ਤੇ ਦਿਰੜਿਆ ਇੱਕ ਏਕਾ, ਗੁਰ ਸਰੂਪ ਦੇ ਵਿੱਚ ਮੇਰੇ ਗੁਰੂ ਦੀ ਆਵਾਜ਼ ਹੈ। ਬਾਣੀ ਪੜ੍ਹੀਏ ਸੋਚ ਕੇ ਗੁਰੂ ਸਾਹਿਬ ਕਹਿ ਕੀ ਰਹੇ ਨੇ। ਉਹ ਮੇਰੇ ਗੁਰੂ ਪਾਤਸ਼ਾਹ ਦਾ ਬੜਾ ਪਿਆਰਾ ਸਤਿਗੁਰ ਸਰੂਪ ਹੈ। ਉਸ ਸਤਿਗੁਰ ਸਰੂਪ ਨੂੰ, ਗੁਰ ਸਰੂਪ ਨੂੰ ਜਿੱਦਾਂ ਤੁਸੀਂ ਇਮੈਜਿਨ ਕਰੋਗੇ ਉਦਾਂ ਹੀ ਦਿਸੇਗਾ। ਤੁਸੀਂ ਇਮੈਜਿਨ ਕਰੋਗੇ ਗੁਰੂ ਅੰਗਦ ਦੇਵ ਜੀ ਨੇ, ਤੁਸੀਂ ਇਮੈਜਿਨ ਕਰੋਗੇ ਗੁਰੂ ਅਰਜਨ ਦੇਵ ਜੀ ਨੇ, ਤੁਸੀਂ ਇਮੈਜਿਨ ਕਰੋਗੇ ਗੁਰੂ ਪਾਤਸ਼ਾਹ ਦੇ ਕਲਗੀ ਜਗ੍ਹਾ ਲੱਗੀ ਹੋਈ ਹੈ। ਇਹ ਐਸੀ ਇਮੈਜਿਨੇਸ਼ਨ ਹੋਏਗੀ, ਪਰ ਅਸੀਂ ਆਕਾਰ, ਤਸਵੀਰ ਵਿੱਚ ਵਿਸ਼ਵਾਸ ਨਹੀਂ ਕਰਨਾ। ਸਤਿਗੁਰ ਸਰੂਪ ਗੁਰੂ ਦੀ ਆਵਾਜ਼, ਉਸ ਨੂੰ ਮੰਨਣਾ, ਦ੍ਰਿੜ ਹੋਣਾ, ਬਸ ਇਹੀ ਇੱਕ ਵਾਹਿਗੁਰੂ ਜੀ ਦੇ ਨਾਲ ਇਕਮਿਕ ਹੋਣ ਦਾ ਤਰੀਕਾ ਹੈ। ਨਾਨਕ ਦਾਸ ਹਰ 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 ਟੇਕੈ, ਦਾਸ ਨੂੰ, ਸੇਵਕ ਨੂੰ, ਨਾਨਕ ਦਾਸ ਨੂੰ ਤੇਰੀ ਹੀ ਵਾਹਿਗੁਰੂ ਜੀ ਟੇਕ ਹੈ। ਇੱਦਾਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਕੇ ਸਾਨੂੰ ਸਿਖਾ ਰਹੇ ਨੇ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਇਸਮ ਗੁਆਰੇਰੀ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ 19ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। ਗੌੜੀ ਰਾਗ ਦਾ 88ਵਾਂ। ਵਿਆਪਤ ਅਰਖ ਸੋਗ ਵਿਸਥਾਰ, ਉੱਤੇ ਗੁਰੂ ਕੇ ਪਿਆਰਿਆਂ ਦਾ ਜ਼ਿਕਰ ਸੀ। ਇਸ ਸ਼ਬਦ ਵਿੱਚ ਮਨਮੁਖ, ਉਲਝਿਆ ਹੋਇਆ ਮਨੁੱਖ ਖੁਸ਼ੀਆਂ ਨੂੰ, ਦੁਨਿਆਵੀ ਪ੍ਰਾਪਤੀਆਂ ਨੂੰ, ਦੁਨਿਆਵੀ ਖੁਸ਼ੀਆਂ ਨੂੰ ਲੱਭਣ ਵਾਸਤੇ ਉਲਝਿਆ ਹੋਇਆ, ਵਿਆਪਤ, ਉਲਝਿਆ ਹੋਇਆ। ਚਿੰਤਾਵਾਂ ਤੋਂ, ਦੁੱਖਾਂ ਤੋਂ ਖਹਿੜਾ ਛਡਾਉਣ ਵਾਸਤੇ ਉਲਝਿਆ ਹੋਇਆ ਹੈ ਤੇ ਖੁਸ਼ੀਆਂ ਤੇ ਚਿੰਤਾਵਾਂ ਦਾ ਵਿਸਥਾਰਾ ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਚਾਰ ਸਪੇਰੇ ਪਸਰਿਆ ਹੋਇਆ। ਮਨੁੱਖ ਦਾ ਮਨ ਵਿਆਪਤ ਹੋਇਆ, ਉਲਝਿਆ ਹੋਇਆ ਅਰਖ ਤੇ ਸੋਗ ਵਿੱਚ। ਦੁਨਿਆਵੀ ਪ੍ਰਾਪਤੀਆਂ, ਦੁਨਿਆਵੀ ਖੁਸ਼ੀਆਂ ਕਿਵੇਂ ਮਿਲਣ, ਤਰਲੋ ਮੱਛੀ ਉਲਝਣ ਤਾਣੀ 'ਚ ਫਸਿਆ। ਚਿੰਤਾਵਾਂ, ਦੁੱਖਾਂ ਤੋਂ ਕਿਵੇਂ ਬਚਿਆ ਜਾਵੇ। ਵਿਆਪਤ ਨਰਕ ਸੁਰਗ ਅਵਤਾਰ, ਇੱਦਾਂ ਵਿਆਪਤ ਹੋਇਆ ਕਦੀ ਤੇ ਜ਼ਿੰਦਗੀ ਨੂੰ ਦੁਨਿਆਵੀ ਦੁੱਖਾਂ ਦਾ ਨਰਕ ਬਣਾ ਲੈਂਦਾ ਹੈ, ਅੰਦਰ ਵਿਕਾਰਾਂ ਦਾ ਨਰਕ, ਤੇ ਕਦੀ ਅੰਦਰ ਗੁਰੂ ਦੀ ਬਾਣੀ, ਧਰਮ, ਆਨੰਦ ਦਾ ਸਵਰਗ ਜਿਹਾ ਬਣਾ ਲੈਂਦਾ ਹੈ।
ਜਿਉਣਾ ਨਹੀਂ ਆਇਆ, ਮਨ ਆਵਣਾ ਜਾਵਣਾ ਭਟਕਦਾ ਪਿਆ ਏ। ਵਿਆਪਤ ਧਨ ਨਿਰਧਨ ਪੇਖ ਸ਼ੋਭਾ। ਫਿਰ ਅਮੀਰ ਹੈ, ਅਮੀਰੀ ਦੇ ਵਿੱਚ ਉਲਝਿਆ ਹੋਇਆ ਹੈ। ਨਿਰਧਨ ਗਰੀਬ ਹੈ, ਗਰੀਬੀ 'ਚ ਉਲਝਿਆ ਹੋਇਆ ਹੈ। ਮੂਲ ਵਿਆਧੀ ਵਿਆਪਸ ਲੋਭਾ। ਮੂਲ ਵਿਆਧੀ ਵਿਕਾਰ, ਲੋਭ ਵਿਕਾਰ ਹੈ। ਇਹਨਾਂ ਵਿਕਾਰਾਂ ਦੇ ਵਿੱਚ ਉਲਝਿਆ ਹੋਇਆ, ਵਿਆਪਤ ਲਿਪਟਿਆ ਹੋਇਆ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ। ਇਸ ਤਰ੍ਹਾਂ ਅਸਲੀ ਮਾਰਗ ਤੋਂ ਤੁਰਨ ਦੀ ਬਜਾਏ ਰੋਂਗ ਅਟੈਂਸ਼ਨ ਵੱਲ, ਰੋਂਗ ਟਰੈਕ 'ਤੇ ਉਹ ਮਾਇਆ ਹੈ, ਉਹਦੇ 'ਚ ਬੜੇ ਹੀ ਅਣਗਿਣਤ ਕਿਸਮਾਂ ਦੇ ਵਿੱਚ ਉਲਝਿਆ ਪਿਆ। ਆਖੋ ਵਾਹਿਗੁਰੂ। ਸੰਤ ਜੀਵੈ ਪ੍ਰਭ ਓਟ ਤੁਮਾਰੀ ਰਹਾਓ। ਸੈਂਟਰਲ ਆਈਡੀਆ, ਗੁਰੂ ਕੇ ਪਿਆਰੇ, ਰੱਬ ਦੇ ਪਿਆਰੇ ਵਾਹਿਗੁਰੂ ਜੀ ਤੁਹਾਡੇ ਓਟ ਆਸਰੇ ਜਿਉਂਦੇ ਨੇ। ਉਹ ਗੁਰਮੁਖ ਹੁੰਦੇ ਨੇ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਜ਼ਿੰਦਗੀ 'ਚ ਜਿਉਂਦੇ ਨੇ। ਮਨ ਦੇ ਪਿੱਛੇ ਲੱਗਣ ਵਾਲਾ ਸਵਾਰਥੀ ਲੋਭੀ ਸੁਭਾਅ, ਵਿਆਪਤ ਅਹਮ ਬੁੱਧ ਕਾ ਮਾਤਾ। ਉਹ ਆਪਣੀ ਮੱਤ ਦੇ ਹੰਕਾਰ ਵਿੱਚ ਹੀ, ਜਿੰਨਾ ਕੁ ਉਹਨੂੰ ਗਿਆਨ ਹੈ ਉਹਦੇ ਹੰਕਾਰ ਵਿੱਚ ਹੀ ਉਲਝਿਆ ਹੋਇਆ ਹੈ। ਉਲਝਿਆ ਹੋਣ ਕਰਕੇ ਵਿਆਪਤ ਪੁੱਤਰ ਕਲੱਤਰ ਸੰਗ ਰਾਤਾ। ਪੁੱਤਰ ਪਤਨੀ ਪਰਿਵਾਰ ਭੈਣ ਭਰਾ ਮਾਤਾ ਪਿਤਾ ਉਹਦੇ ਸੈਲਫਿਸ਼ ਮੋਹ ਦੇ ਵਿੱਚ ਆਪਣੇ ਗਿਆਨ ਨੂੰ ਸਿਆਣਾ ਮੰਨਦਾ ਹੈ। ਸਿਆਣਾ ਮੰਨਣ ਕਰਕੇ ਉਹ ਚਾਹੁੰਦਾ ਸਾਰੇ ਮੇਰੇ ਅਨੁਸਾਰ ਹੀ ਚੱਲਣ। ਉਲਝਿਆ ਹੋਇਆ, ਲਪਟਿਆ ਹੋਇਆ। ਅਹਮ ਬੁੱਧ, ਪਤਨੀ ਨੂੰ ਲੱਗਦਾ ਹੈ ਇਸ ਘਰ ਵਿੱਚ ਮੈਂ ਹੀ ਸਿਆਣੀ ਹੈ, ਬਾਕੀ ਸਾਰੇ ਕਮਲੇ ਹੀ ਨੇ, ਇਹਨਾਂ ਨੇ ਮੇਰੀ ਬੇਕਦਰੀ ਕਰ ਦਿੱਤੀ। ਪਤੀ ਨੂੰ ਲੱਗਦਾ ਸਾਰੇ ਘਰ 'ਚ ਮੈਂ ਹੀ ਸਿਆਣਾ, ਇਹਨਾਂ ਨੇ ਮੇਰੀ ਕਦਰ ਨਹੀਂ ਪਾਈ। ਮਾਤਾ ਪਿਤਾ ਨੂੰ ਲੱਗਦਾ ਅਸੀਂ ਸਿਆਣੇ ਹਾਂ, ਇਹ ਸਾਡੀ ਕਦਰ ਨਹੀਂ ਪਾ ਰਹੇ। ਬੱਚਿਆਂ ਨੂੰ ਲੱਗਦਾ ਅਸੀਂ ਸਿਆਣੇ ਹਾਂ, ਮਾਪਿਆਂ ਨੂੰ ਪਤਾ ਹੀ ਕੁਛ ਨਹੀਂ। ਅਹਮ ਬੁੱਧ ਕਾ ਮਾਤਾ। ਆਪਣੀ ਮੱਤ ਦੇ ਉੱਪਰ, ਆਪਣੀ ਬੁੱਧ ਦੇ ਉੱਪਰ ਹੰਕਾਰ ਹੈ ਤੇ ਆਪਣੇ ਸੁਭਾਅ ਅਨੁਸਾਰ ਸਭ ਕੁਝ ਵਰਤਣਾ ਚਾਹੁੰਦੇ ਨੇ, ਘਰ ਨਰਕ ਬਣਾ ਲੈਂਦੇ ਨੇ। ਆਖੋ ਵਾਹਿਗੁਰੂ। ਦੌੜ ਕਿੱਧਰ ਲੱਗੀ ਹੋਈ ਹੈ? ਵਿਆਪਤ ਹਸਤ ਘੋੜੇ ਅਰਬਸਤਾ। ਸੁੱਖ ਸਹੂਲਤਾਂ ਹੋਣ, ਹਾਥੀ ਘੋੜੇ, ਬਹੁਤ ਸਾਰਾ ਧਨ ਪਦਾਰਥ ਹੋਵੇ। ਵਿਆਪਤ ਰੂਪ ਜੋਬਨ ਮਦਮਸਤਾ। ਰੂਪ ਜਵਾਨੀ, ਇਹ ਸਾਰੇ ਰਸਾਂ ਵਿੱਚ ਮਸਤ। ਦੁਨਿਆਵੀ ਪ੍ਰਾਪਤੀਆਂ, ਦੁਨਿਆਵੀ ਅਮੀਰੀ ਦੇ ਲਈ ਭੱਜ ਦੌੜ, ਇਤਨੀ ਉਲਝਣ ਤਾਣੀ, ਕੁਛ ਨਹੀਂ ਕਰ ਸਕਿਆ। ਆਖੋ ਵਾਹਿਗੁਰੂ। ਵਿਆਪਤ ਭੂਮ ਰੰਕ ਅਰਰੰਗਾ। ਜਿਹੜਾ ਅਮੀਰ ਹੈ, ਭੂਮੀ ਲੈਂਡਲੋਰਡ ਹੈ, ਬਹੁਤ ਸਾਰੀ ਪ੍ਰਾਪਰਟੀ ਹੈ, ਉਹ ਵੀ ਉਲਝਿਆ ਹੋਇਆ ਹੈ। ਜਿਹੜਾ ਗਰੀਬ ਹੈ ਉਹ ਵੀ ਉਲਝਿਆ ਹੋਇਆ ਹੈ। ਉਹ ਗਰੀਬ ਚਾਹੁੰਦਾ ਮੈਂ ਗਰੀਬੀ ਦੂਰ ਕਰ ਲਾਂ, ਅਮੀਰੀ ਆ ਜਾਵੇ। ਅਮੀਰੀ ਕਰਜ਼ਿਆਂ ਦੀ ਪੰਡ ਹੇਠਾਂ ਦੱਬੀ ਹੁੰਦੀ ਹੈ। ਸ਼ਾਇਦ ਗਰੀਬ ਨੂੰ ਨਹੀਂ ਪਤਾ ਹੁੰਦਾ। ਗਰੀਬ ਆਪਣੇ ਕਰਜ਼ੇ ਦੇ ਦੁੱਖ ਵਿੱਚ ਹੁੰਦਾ ਹੈ, ਸੋਚਦਾ ਗਰੀਬੀ ਦੂਰ ਹੋਵੇ, ਅਮੀਰੀ ਆ ਜਾਵੇ। ਉਹਨੂੰ ਪਤਾ ਨਹੀਂ ਹੈ ਅਮੀਰ ਦੇ ਕਰਜ਼ਿਆਂ ਦੀ ਪੰਡ ਤੇਰੇ ਨਾਲ ਬਹੁਤ ਵੱਡੀ। ਆਖੋ ਵਾਹਿਗੁਰੂ। ਦੋਨੋਂ ਹੀ ਵਿਆਪਤ ਨੇ। ਵਿਆਪਤ ਗੀਤ ਨਾਦ ਸੁਣ ਸੰਗਾ। ਫਿਰ ਆਪਣੇ ਮਨ ਨੂੰ ਦਿਲਾਸਾ ਦੇਣ ਵਾਸਤੇ ਗੀਤ ਸੰਗੀਤ ਸੁਣਦੇ ਨੇ ਤਾਂ ਕਿ ਮਨ ਨੂੰ ਸਕੂਨ ਮਿਲੇ, ਪਰ ਉਹਨੂੰ ਪਤਾ ਨਹੀਂ ਹੈ ਉਹਨਾਂ ਗੀਤ ਸੰਗੀਤ ਦੇ ਵਿੱਚ ਜਿਹੜੇ ਬੋਲ ਨੇ, ਜੋ ਸਬਜੈਕਟ ਨੇ, ਉਹਦੇ ਰਾਹੀਂ ਤੈਨੂੰ ਹੋਰ ਜ਼ਿੰਦਗੀ 'ਚ ਉਲਝਣ ਤਾਣੀ ਪੈਦਾ ਹੋਣੀ ਹੈ। ਵਿਆਪਤ ਸੇਜ ਮਹਿਲ ਸ਼ਿੰਗਾਰ। ਫਿਰ ਮੇਰੇ ਕੋਲ ਬਹੁਤ ਤਕੜਾ ਮਹਿਲ ਹੋਵੇ, ਵਧੀਆ ਸੁੱਖ ਸਹੂਲਤਾਂ ਵਾਲੀ ਸੇਜ ਹੋਵੇ, ਸ਼ਿੰਗਾਰ ਹੋਵੇ। ਇਹ ਸਭ ਕੁਛ ਨੇ ਇਤਨਾ ਉਲਝਾ ਲਿਆ, ਇਤਨਾ ਉਲਝਾ ਲਿਆ। ਪੰਜ ਦੂਤ ਵਿਆਪਤ ਅੰਧਿਆਰ। ਅੰਦਰ ਨਾ ਸਮਝੀ, ਅੰਦਰ ਅਗਿਆਨਤਾ, ਉਹਨੇ ਵੀ ਉਲਝਾ ਲਿਆ। ਪੰਜ ਵਿਕਾਰਾਂ ਨੇ ਇਹਨੂੰ ਜਿਹੜਾ ਹੈ ਉਹਦੇ ਵਿੱਚ ਲਪਟਿਆ ਹੋਇਆ। ਵਿਆਪਤ ਕਰਮ ਕਰੈ ਹਉ ਫਾਂਸਾ। ਤੇ ਇੱਦਾਂ ਇਹ ਵਿਆਪਤ ਲਪਟਿਆ ਹੋਇਆ ਆਪਣੀ ਮਤ ਸੁਭਾਅ ਸੋਚ ਤੇ ਹੰਕਾਰ ਕਰਕੇ ਇਹ ਫਸਦਾ ਹੀ ਫਸਦਾ ਜਾ ਰਿਹਾ ਹੈ। ਵਿਆਪਤ ਗ੍ਰਸਤ ਵਿਆਪਤ ਉਦਾਸਾ। ਕਮਾਲ ਦੀ ਬਾਤ ਹੈ, ਇੱਕ ਗ੍ਰਸਤੀ ਹੋ ਕੇ ਜਿਉਂਦਾ ਸੀ, ਇੱਕ ਘਰ-ਬਾਰ ਛੱਡ ਕੇ ਦੋਨੋਂ ਹੀ ਉਲਝੇ ਹੋਏ ਨੇ। ਆਖੋ ਵਾਹਿਗੁਰੂ। ਉਹ ਆਪਣੀ ਉਲਝਣ ਤਾਣੀ 'ਚ ਉਲਝ ਗਿਆ। ਗਿਆਨੀ ਸੰਤ ਸਿੰਘ ਮਸ਼ਕੀਨ ਕਹਿੰਦੇ ਸੀ, ਗ੍ਰਸਤੀ ਬੰਦਾ ਆਪਣੀ ਪ੍ਰਾਪਰਟੀ ਤੇ ਆਪਣੇ ਚਾਰ ਪੁੱਤਰਾਂ ਵਿੱਚ ਉਲਝ ਜਾਂਦਾ ਏ।
ਕਿਤੇ ਇਹਨਾਂ 'ਚੋਂ ਇੱਕ ਜ਼ਿਆਦਾ ਮੇਰੀ ਪ੍ਰਾਪਰਟੀ 'ਤੇ ਕਬਜ਼ਾ ਨਾ ਕਰ ਲਵੇ, 3 ਨਾ ਰਹਿ ਜਾਣ। ਕਹਿੰਦੇ ਜਿਹੜਾ ਘਰ-ਬਾਰ ਛੱਡ ਜਾਂਦਾ ਉਹ ਡੇਰੇ 'ਤੇ ਉਲਝ ਜਾਂਦਾ ਹੈ, ਡੇਰੇ ਦੀ ਪ੍ਰਾਪਰਟੀ 'ਤੇ। ਬਚਿਆ ਉਹ ਵੀ ਨਹੀਂ, ਆਖੋ ਵਾਹਿਗੁਰੂ। ਆਚਾਰ ਵਿਵਹਾਰ ਵਿਆਪਤ ਇਹ ਜਾਤ, ਆਚਾਰ ਧਰਮ ਦੇ ਕਰਮ ਤਾਂ ਕਰਦਾ ਹੈ, ਪਰ ਵਰਤੋਂ ਵਿਵਹਾਰ ਵਿੱਚ ਧਰਮ ਨਹੀਂ ਹੈ, ਆਖੋ ਵਾਹਿਗੁਰੂ। ਧਰਮ ਦੇ ਕਰਮ ਤੇ ਕਰਦਾ ਹੈ, ਪੈਸੇ ਕਮਾਉਣ ਦੇ ਤਰੀਕੇ ਵਿੱਚ ਧਰਮ ਨਹੀਂ ਹੈ, ਪਰਿਵਾਰ ਨੂੰ ਚਲਾਉਣ ਦੇ ਵਿੱਚ ਧਰਮ ਨਹੀਂ ਹੈ, ਘਰ ਦੇ ਹਾਲਾਤਾਂ ਵਿੱਚ ਧਰਮ ਨਹੀਂ ਹੈ। ਲਪਟਿਆ ਹੋਇਆ ਹੈ, ਇਸ ਤਰ੍ਹਾਂ ਲਪਟਿਆ ਹੋਇਆ ਜ਼ਿੰਦਗੀ ਜਿਉ ਰਿਹਾ, ਸਭ ਕੁਛ ਵਿਆਪਤ ਹਰ ਰੰਗ ਰਾਤ। ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜਣ ਤੋਂ ਬਿਨਾਂ ਇਸ ਤਰ੍ਹਾਂ ਇਹ ਸਾਰਾ ਕੁਛ ਹੀ ਲਪਟਿਆ ਹੋਇਆ ਹੈ। ਇਹਨੇ ਸਾਰੀ ਉਲਝਣ ਤਾਣੀ ਪੈਦਾ ਕਰ ਲਈ ਹੈ। ਸੰਤਨ ਕੇ ਬੰਧਨ ਕਾਟੇ ਹਰ ਰਾਏ, ਜਿਹੜੇ ਰੱਬ ਦੇ ਪਿਆਰੇ ਨੇ, ਗੁਰੂ ਦੇ ਪਿਆਰੇ ਨੇ, ਉਹਨਾਂ ਨੂੰ ਗੁਰੂ ਦੇ ਉਪਦੇਸ਼ ਰਾਹੀਂ ਸੋਝੀ ਮਿਲਦੀ ਹੈ। ਉਹ ਦੁਨਿਆਵੀ ਪ੍ਰਾਪਤੀਆਂ, ਦੁਨਿਆਵੀ ਰਸਾਂ ਦੇ ਵਿੱਚ ਉਲਝਣ ਦੀ ਬਜਾਏ ਪਰਉਪਕਾਰ ਦੇ ਰਸ ਵਿੱਚ ਤੁਰਦੇ ਨੇ, ਰੱਬੀ ਮਾਰਗ ਦੇ ਰਸ ਵਿੱਚ ਤੁਰਦੇ ਨੇ। ਤਾਂ ਕੋ ਕਹਾਂ ਵਿਆਪੈ ਮਾਏ, ਉਹਨਾਂ ਨੂੰ ਫਿਰ ਇਹ ਉਲਝਣ ਤਾਣੀ, ਰੋਂਗ ਅਟੈਂਸ਼ਨ ਵਿਆਪਦੀ ਨਹੀਂ, ਉਲਝਾਉਂਦੀ ਨਹੀਂ। ਕਹੋ ਨਾਨਕ ਜਿਨ ਧੂਰ ਸੰਤ ਪਾਈ, ਜਿਨ੍ਹਾਂ ਨੇ ਐਸੇ ਪਿਆਰਿਆਂ ਦੀ ਧੂੜੀ ਪਾ ਲਈ, ਭਾਵ ਉਹਨਾਂ ਦੇ ਚੰਗੇ ਗੁਣਾਂ ਨੂੰ, ਚੰਗੇ ਕੰਮਾਂ ਨੂੰ ਪ੍ਰਭਾਵਿਤ ਹੋ ਕੇ ਆਪਣੀ ਜ਼ਿੰਦਗੀ ਵਿੱਚ ਲਿਆਂਦਾ। ਕਿਸੇ ਦੇ ਚੰਗੇ ਕੰਮ ਦੇਖ ਕੇ ਆਪ ਵੀ ਕਰਨ ਲੱਗ ਪਏ, ਕਿਸੇ ਦੇ ਗੁਣਾਂ ਨੂੰ ਦੇਖ ਕੇ ਆਪ ਉਹ ਗੁਣ ਅਪਣਾ ਲਏ। ਤਾਂ ਕਹਿ ਨਿਕਟ ਨਾ ਆਵੈ ਮਾਈ, ਉਹ ਫਿਰ ਇਸ ਉਲਝਣ ਤਾਣੀ ਵਿੱਚ ਨਹੀਂ ਫਸਦੇ। ਇਹ ਉਲਝਣ ਤਾਣੀ ਵਿੱਚ ਉਲਝਾਉਣ ਵਾਲੀ ਸੋਚ ਉਹਨਾਂ ਦੇ ਨੇੜੇ ਨਹੀਂ ਆਉਂਦੀ, ਆਖੋ ਵਾਹਿਗੁਰੂ। ਸਤਿਗੁਰੂ ਕਿਰਪਾ ਕਰਨ, ਜਿਤਨਾ ਕੁ ਸਿੱਖਦੇ ਹਾਂ ਜ਼ਿੰਦਗੀ ਵਿੱਚ ਜਿਉਣ ਦੀ ਯੋਗਤਾ ਜਾਵੇ। ਇਹ ਕੋਈ ਫਾਈਨਲ ਵਰਜ਼ਨ ਨਹੀਂ ਹੈ, ਮੇਰਾ ਕੋਈ ਦਾਅਵਾ ਨਹੀਂ ਹੈ, ਬੇਅੰਤ ਭੁੱਲਾਂ ਨੇ ਇਹਦੇ 'ਚ। ਤੁੱਛ ਜਿਹਾ ਇੱਕ ਹੁਲਾਰਾ ਹੈ ਕਿ ਹਰ ਕੋਈ ਅਰਥਾਂ ਸਮੇਤ ਸਹਿਜ ਪਾਠ ਕਰੇ। ਹੋਰ ਵਿਦਵਾਨ ਇਸ ਤੋਂ ਵੀ ਵਧੀਆ ਕਰਕੇ ਦੁਨੀਆ ਦੇ ਸਾਹਮਣੇ ਰੱਖ ਸਕਦੇ ਨੇ, ਰੱਖਦੇ ਰਹਿਣਗੇ। ਇਹ ਸੇਵਾ ਭਾਵਨਾ ਦੇ ਵਿੱਚ ਇੱਕ ਯਤਨ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।